ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਕਜ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਵਿਗਨਨ ਬਿਗਨਨ ਕੀ ਨਾਸਕ ਸ਼੍ਰੀ ਹਰਗੋਬਿੰਦ ਸੁਮਤ ਪਰ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ 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 ਸੀਸਾ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਦੋਹਰਾ ਵਾਹਿਗੁਰੂ ਸਤਨਾਮ ਕੋ ਬੰਧਨ ਬਾਰੰਬਾਰ ਬੰਧਨ ਕੰਦਨ ਸੁਖ ਸਦਨ ਦੁਖ ਮਰਦਨ ਨਿਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਭਾਈ ਸਾਹਿਬ ਜੀ ਪਿਛਲੇ ਦਿਨੀ ਆਪਾਂ ਸਰਵਣ ਕਰ ਰਹੇ ਸੀ, ਦਸਾਂ ਗੁਰੂਆਂ ਦੀ ਸਿਫਤ ਕਰਦੇ ਮੰਗਲਾ ਚਰਨ ਕਰ ਰਹੇ ਸਨ। ਅੱਗੇ ਵਾਹਿਗੁਰੂ ਪਰਮੇਸ਼ਰ ਅਤੇ ਪਰਮੇਸ਼ਰ ਦੇ ਸੱਚੇ ਨਾਮ ਦੀ ਮਹਿਮਾ ਕਿਵੇਂ ਦੱਸਦੇ ਹਨ, ਆਓ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਵਾਹਿਗੁਰੂ ਸਤਨਾਮ ਕੋ ਬੰਧਨ ਬਾਰੰਬਾਰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ, ਪਰਮੇਸ਼ਰ ਜਿਸ ਦੇ ਬੇਅੰਤ ਨਾਮ ਹਨ, ਜਿਸ ਦਾ ਇੱਕ ਨਾਮ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਵੀ ਦੱਸਿਆ। ਭਗਤ ਰਵਿਦਾਸ ਜੀ ਕਹਿੰਦੇ, ਅਣਕ ਨਾਮ ਕਥਾ ਤੇਰਾ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਸਭ ਤੋਂ ਪਹਿਲਾਂ ਪਰਮੇਸ਼ਰ ਸਤ ਹੈ ਤੇ ਉਸ ਦਾ ਪਹਿਲਾ ਨਾਮ ਪੈ ਗਿਆ ਸਤਨਾਮ। ਉਸ ਤੋਂ ਬਾਅਦ ਜਿਵੇਂ ਜਿਵੇਂ ਕਿਸੇ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਜਿਵੇਂ ਜਿਵੇਂ ਫੀਲ ਕੀਤਾ, ਅਨੁਭਵ ਕੀਤਾ, ਉਹੇ ਜਿਹਾ ਉਹਨਾਂ ਨੇ ਨਾਮ ਰੱਖ ਲਿਆ। ਕੋਈ ਉਸ ਨੂੰ ਅੱਲਾਹ ਕਹਿੰਦਾ, ਕੋਈ ਰਾਮ ਕਹਿੰਦਾ, ਰਮਿਆ ਹੋਇਆ। ਰਾਮ ਦਾ ਮਤਲਬ ਹੈ ਰਮਿਆ ਹੋਇਆ ਰਾਮ। ਅੱਲਾਹ ਦਾ ਮਤਲਬ ਬੜਾ ਕੋਮਲ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਸਾਨੂੰ ਪਰਮੇਸ਼ਰ ਦਾ ਇੱਕ ਨਾਮ ਦੱਸਿਆ, ਵਾਹਿਗੁਰੂ। ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਤੇ ਪਰਮੇਸ਼ਰ ਦੇ ਬੇਅੰਤ ਨਾਮ ਹਨ। ਇੱਥੇ ਭਾਈ ਸਾਹਿਬ ਜੀ ਕਹਿੰਦੇ, ਉਸ ਪਰਮੇਸ਼ਰ ਵਾਹਿਗੁਰੂ ਦੇ ਪੂਰਬਲੇ ਨਾਮ ਸਤਨਾਮ ਨੂੰ ਮੈਂ ਨਮਸਕਾਰ ਕਰਦਾ ਹਾਂ। ਬੰਧਨ ਕੰਦਨ ਸੁਖ ਸਦਨ ਦੁਖ ਵਰਦਨ ਨਿਰਤਾਰ। ਕਿਉਂਕਿ ਪਰਮੇਸ਼ਰ ਦਾ ਉਹ ਨਾਮ ਸੁੱਖਾਂ ਦਾ ਘਰ ਹੈ, ਸਾਰੇ ਕਿਸਮ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਔਰ ਪੂਜਣ ਯੋਗ ਹੈ ਜੀ। ਚੌਪਈ
वाहिगुरु बर सुंदर नामो सदा सवारे हमरे कामो। ਸਤਨਾਮ ਜਿਹੜਾ ਉਹਦਾ ਸਭ ਤੋਂ ਪਹਿਲਾਂ, ਕਿਉਂਕਿ ਉਹ ਸਤ ਹੈ, ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ। ਔਰ ਉਸ ਤੋਂ ਬਾਅਦ ਪਰਮੇਸ਼ਰ ਦੇ ਅਨੇਕਾਂ ਨਾਮ ਰੱਖੇ ਗਏ। ਔਰ ਹੁਣ ਭਾਈ ਸਾਹਿਬ ਜੀ ਨਾਮ ਹੈ ਵਾਹਿਗੁਰੂ ਦਾ ਇੱਕ ਵਾਹਿਗੁਰੂ। ਵਾਹਿਗੁਰੂ ਨਾਮ ਦੀ ਸਿਫਤ ਕਰਦੇ ਹੈ ਕਿ ਪਰਮੇਸ਼ਰ ਦਾ ਇੱਕ ਨਾਮ ਜੋ ਵਾਹਿਗੁਰੂ ਹੈ ਬੜਾ ਹੀ ਸੁੰਦਰ ਨਾਮ ਹੈ, ਜਿਹੜਾ ਕਿ ਹਮੇਸ਼ਾ ਸਾਡੇ ਕੰਮ ਸਵਾਰਦਾ ਹੈ। एक अविलंब नाम को जाना कली काल समर्थ न आना। ਕਾਲਯੁਗ ਦੇ ਵਿੱਚ ਭਾਵੇਂ ਕਿ ਬੇਅੰਤ ਨਾਮ ਹਨ, ਪਰ ਸਾਨੂੰ ਪਤਾ ਲੱਗਿਆ ਕਿ ਕੇਵਲ ਤੇ ਕੇਵਲ ਪਰਮੇਸ਼ਰ ਦਾ ਇੱਕ ਨਾਮ ਹੀ ਸਾਡਾ ਆਸਰਾ ਹੈ, ਅਵਲੰਬ ਆਸਰਾ। ਅਸੀਂ ਪਰਮੇਸ਼ਰ ਦੇ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ। ਕਲਯੁਗ ਦੇ ਭਿਆਨਕ ਸਮੇਂ ਵਿੱਚ ਹੋਰ ਕੁਝ ਵੀ ਇਸ ਦੇ ਬਰਾਬਰ ਜਾਂ ਸਮਰੱਥ ਨਹੀਂ ਹੈ। ਜਿਵੇਂ 10ਵੇਂ ਪਾਤਸ਼ਾਹ ਜੀ ਭਾਵੇਂ 10ਵੇਂ ਗ੍ਰੰਥ ਵਿੱਚ 24 ਅਵਤਾਰਾਂ ਦੀ ਕਥਾ ਲਿਖਦੇ ਆ, ਰਾਮ, ਕ੍ਰਿਸ਼ਨ, ਪ੍ਰਹਿਲਾਦ, ਧਰੂ ਆਦਿ ਜਿੰਨੇ ਵੀ ਇਦੋਂ ਪਹਿਲਾਂ ਹੋਏ, ਪਰ ਜਦੋਂ ਆਪਣੀ ਕਥਾ ਲਿਖਦੇ ਹਨ, ਬਾਬੇ ਨਾਨਕ ਤੋਂ ਲੈ ਕੇ ਸੋਢੀਆਂ ਦੀ, ਬੇਦੀਆਂ ਦੀ ਕਥਾ ਲਿਖਦੇ ਆ, ਫਿਰ 10ਵੇਂ ਨੰਬਰ 'ਤੇ ਇਹਨਾਂ ਦਾ ਆਪਣਾ ਨੰਬਰ ਆਉਂਦਾ ਹੈ। ਉੱਥੇ ਜਾ ਕੇ ਲਿਖਦੇ ਹਨ, ਆਮੈ ਆਪਣੀ ਕਥਾ ਬਖਾਨੋ ਤਬ ਸਤ ਜੇ ਵਿਦ ਮੋਹਿ ਆਨੋ। ਇੱਥੋਂ ਸ਼ੁਰੂ ਕਰਕੇ ਫਿਰ ਆਪਣੀ ਜੀਵਨੀ ਲਿਖਦੇ ਆ, ਔਰ ਉਪਦੇਸ਼ਮਈ ਅਨੇਕਾਂ ਸ਼ਬਦ ਸਵਈਏ ਵੀ ਰਚਨਾ ਕਰਦੇ ਆ, ਜਿਨ੍ਹਾਂ ਵਿੱਚੋਂ ਸਤਿਗੁਰਾਂ ਦੇ ਇੱਕ ਸਵਈਏ ਦੇ ਵਿੱਚ ਬਚਨ ਹਨ, ਕਿਸ਼ਨ ਬਿਸ਼ਨ ਕਬਹੂ ਨ ਧਿਆਉ। ਮੈਂ ਜਿਹੜੇ ਸੰਸਾਰ ਦੇ ਵਿੱਚ ਕ੍ਰਿਸ਼ਨ ਬਿਸ਼ਨ ਆਦਿ ਪਹਿਲੇ ਹਿੰਦੂ ਮਤ ਦੇ ਬ੍ਰਾਹਮਣ ਆਦਿ ਨੇ ਨਾਮ ਰੱਖੇ ਹਨ, ਮੈਂ ਉਹਨਾਂ ਨੂੰ ਨਹੀਂ ਸਿਮਰਦਾ। ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਮੈਂ ਗਣੇਸ਼ ਨੂੰ ਵੀ ਨਹੀਂ ਮੰਨਦਾ, ਨਹੀਂ ਪੂਜਦਾ, ਕਿਉਂਕਿ ਉਸ ਤੋਂ ਪਹਿਲਾਂ ਅਕਾਲ ਪੁਰਖ ਹੈ। ਔਰ ਸਤਿਗੁਰੂ ਅਕਾਲ ਦੇ ਪੁਜਾਰੀ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇੱਕ ਸਵਈਏ ਵਿੱਚ ਲਿਖਦੇ ਹਨ ਕਿ ਜਿਹੜਾ ਮੇਰਾ ਸਿੱਖ ਹੈ ਉਹ ਇਹਨਾਂ ਤੋਂ ਉੱਚੇ ਉੱਠ ਕੇ ਕੇਵਲ ਇੱਕ ਅਕਾਲ ਨਾਲ ਹੀ ਜੁੜੇ। ਆਪ ਦੀ ਗੱਲ ਵੀ ਕਰਦੇ ਆ, ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨ ਧਿਆਉ, ਕਾਨ ਸੁਣੇ ਪਹਿਚਾਨ ਨ ਤਿਨਸਿਓ, ਲਿਵ ਲਾਗੀ ਮੋਰੀ ਪਗ ਇਨਸਿਓ। ਮੇਰੇ ਕੰਨ ਸੁਣਦੇ ਆ ਅਤੇ ਸੁਣਦੇ ਹਨ ਸ਼ਬਦ ਤੋਂ ਪਰਮੇਸ਼ਰ ਸ਼ਬਦ ਸਰੂਪ ਹੈ। ਗੁਰੂ ਪਿਆਰਿਓ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਪਰਮੇਸ਼ਰ ਸ਼ਬਦ ਸਰੂਪ ਹੈ, ਤਾਂ ਤੇ ਮੈਂ ਪਰਮੇਸ਼ਰ ਵਾਹਿਗੁਰੂ ਨੂੰ ਉਹਦੇ ਨਾਮ ਦੇ ਵਿੱਚੋਂ ਜਾਣਦਾ ਹਾਂ, ਜੋ ਮੈਂ ਕੰਨਾਂ ਨਾਲ ਸੁਣਦਾ ਹਾਂ, ਪਰ ਉਹਦੀ ਪਹਿਚਾਣ ਨਹੀਂ ਹੋਈ, ਕਿਉਂਕਿ ਉਹਦੀ ਫੋਟੋ ਕੋਈ ਨਹੀਂ ਬਣੀ। ਮੂਸਾ ਪੈਗੰਬਰ ਹੋਇਆ ਮੁਸਲਮਾਨਾਂ ਵਿੱਚ, ਜੇ ਉਹਦੀ ਵੀ ਗੱਲ ਕਰਦੇ ਹੈ, ਕਹਿੰਦੇ ਮੂਸਾ ਵੀ ਰੱਬ ਨਾਲ ਗੱਲਾਂ ਕਰਦਾ ਸੀ, ਪਰ ਉੱਥੇ ਕਹਾਣੀ ਕਰਤਾ ਨੇ ਲਿਖਿਆ ਕਿ ਮੂਸਾ ਇੱਕ ਓਲੇ ਵਿੱਚ ਬੈਠ ਕੇ ਗੱਲ ਕਰਦਾ ਸੀ। ਹੁਣ ਓਲਾ ਹੀ ਤਾਂ ਹੋ ਗਿਆ, ਆਵਾਜ਼ ਤਾਂ ਮੂਸੇ ਨੂੰ ਸੁਣ ਰਹੀ ਹੈ ਪਰਮੇਸ਼ਰ ਦੀ, ਪਰ ਦਰਸ਼ਨ ਕਦੇ ਨਹੀਂ ਹੋਏ। ਅਸਲ ਵਿੱਚ ਪਰਮੇਸ਼ਰ ਹੈ ਹੀ ਸ਼ਬਦ ਸਰੂਪ। ਓਲੇ ਦਾ ਮਤਲਬ ਕਿ ਦਿਖਾਈ ਨਹੀਂ ਦਿੰਦਾ ਹੈ। ਤਾਂ ਸਹੀ ਲੱਖ ਹੈ ਜੋ ਕੋਈ ਤਬ ਉਹੀ ਉਹ, ਇਹ ਨਾ ਹੋਈ। ਪਰਮੇਸ਼ਰ ਜੋ ਹੈ ਉਹ ਹੈ, ਪਰ ਉਹਦਾ ਸਰੂਪ ਕੋਈ ਨਹੀਂ ਹੈ। 10ਵੇਂ ਪਾਤਸ਼ਾਹ ਨੇ ਕਲੀਅਰ ਕਰਤਾ, ਚੱਕਰ ਚਿਹਨੇ ਅਰ ਵਰਨ ਜਾਤੇ ਅਰ ਪਾਤ ਨੈਨ ਜੇ ਰੂਪ ਰੰਗ ਆ ਦੇਖ ਪੇ ਕੋ ਕਹਿ ਨਾ ਸਕਤ ਕਹੇ। ਫਿਰ ਉਹ ਕੈਸਾ ਹੈ? ਅਚਲ ਮੂਰਤ ਸਦਾ ਰਹਿਣ ਵਾਲਾ ਹੈ। ਅਨੁਭਵ ਪ੍ਰਕਾਸ਼, ਅਨੁਭਵ ਦੇ ਵਿੱਚ ਉਹਦਾ ਪ੍ਰਕਾਸ਼ ਹੁੰਦਾ, ਭਾਵ ਗਿਆਨ ਹੁੰਦਾ, ਅਤੇ ਗਿਆਨ ਸ਼ਬਦ ਹੀ ਕਰਦਾ। ਫਿਰ ਅਨੁਭਵ ਸਾਡੇ ਦਿਮਾਗ ਵਿੱਚ ਹੁੰਦਾ ਅਤੇ ਦਿਮਾਗ ਵਿੱਚ ਸ਼ਬਦ ਹੀ ਪਹੁੰਚਦਾ ਨਾ, ਸ਼ਬਦ ਹੀ ਸਾਨੂੰ ਗਿਆਨ ਦਿੰਦਾ ਹੈ। ਅਨੁਭਵ ਪ੍ਰਕਾਸ਼, ਇਹਦੇ ਵਿੱਚ ਤਾਕਤ ਕਿੰਨੀ ਕੁ ਹੈ? ਅਮਿਤ ਓਜ, ਇਕੱਠਾ ਸ਼ਬਦ ਹੈ ਅਮਿਤੋਜ। ਜਦੋਂ ਅਰਥ ਕਰਾਂਗੇ ਤਾਂ ਅਮਿਤ ਪਲੱਸ ਓਜ ਬਣ ਜਾਊਗਾ। ਅਮਿਤ ਭਾਵ ਉਹਦੀ ਕੀਮਤ ਦਾ ਨਹੀਂ ਪਤਾ, ਓਜ ਭਾਵ ਉਹਦੀ ਪਾਵਰ ਦਾ, ਉਹਦੀ ਤਾਕਤ ਦਾ ਕੋਈ ਪਤਾ ਨਹੀਂ। ਸ਼ਬਦ ਵਿੱਚ ਕਿੰਨੀ ਤਾਕਤ ਹੈ। ਕਹੋ ਸਤਨਾਮ। ਕੋਈ ਮਨੁੱਖ ਕਿਸੇ ਮਹਾਂਪੁਰਸ਼ ਨੂੰ ਕਹਿੰਦਾ ਜੀ ਤੁਸੀਂ ਸ਼ਬਦ ਦੀ ਮਹਿਮਾ ਕਰੀ ਜਾਂਦੇ ਹੋ, ਬੰਦੇ ਨੂੰ ਗੁਰੂ ਮੰਨਣਾ ਚਾਹੀਦਾ, ਬੰਦਾ ਗੁਰੂ ਹੋਣਾ ਚਾਹੀਦਾ ਜੀ, ਬੰਦਾ ਗੁਰੂ ਹੋਣਾ ਚਾਹੀਦਾ। ਸ਼ਬਦ ਦੇ ਵਿੱਚ ਕੀ ਤਾਕਤ ਹੈ? ਮਹਾਂਪੁਰਸ਼ਾਂ ਨੇ ਬੜਾ ਸਮਝਾਇਆ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਤਾਕਤ ਹੈ, ਸ਼ਬਦ ਵਿੱਚ ਹੀ ਤਾਕਤ ਹੈ। ਨਾ ਮੰਨਿਆ
ਮਹਾਂਪੁਰਸ਼ਾਂ ਨੂੰ ਉਹਨੂੰ ਸਮਝਾਉਣ ਵਾਸਤੇ ਇੱਕ ਸ਼ਬਦ ਵਰਤਣਾ ਪਿਆ ਜਿੱਥੋਂ ਉਸ ਨੂੰ ਮਾੜੀ ਚੁੱਭ ਲੱਗੇ। ਕਹਿੰਦੇ ਯਾਰ ਤੂੰ ਜਮਾਂ ਹੀ ਗਧਾ ਹੈ। ਉਹ ਕਹਿੰਦੇ ਹੈ ਤੁਸੀਂ ਮੈਨੂੰ ਗਧਾ ਕਿਵੇਂ ਕਹਿਤਾ? ਕਹਿੰਦੇ ਗਧਾ ਕਿਹਾ ਹੀ ਹੈ, ਤੈਨੂੰ ਗਧਾ ਬਣਾਇਆ ਤਾਂ ਨਹੀਂ। ਜੇ ਤੈਨੂੰ ਗਧਾ ਕਹਿਣ 'ਤੇ ਗੁੱਸਾ ਆ ਸਕਦਾ ਹੈ ਤੇ ਨਾਮ ਬਾਣੀ ਦੇ ਨਾਲ ਸਾਨੂੰ ਸ਼ਾਂਤੀ ਵੀ ਮਿਲ ਸਕਦੀ ਆ। ਕੋ ਸਤਨਾਮ। ਇਸ ਕਰਕੇ ਸ਼ਬਦ ਵਿੱਚ ਤਾਕਤ ਹੈ, ਨਾ ਕਿ ਸਰੀਰ ਵਿੱਚ। ਸਤਿਗੁਰਾਂ ਨੇ ਸਾਨੂੰ ਕੋਈ ਮੂਰਤੀ ਪੂਜਕ ਨਹੀਂ ਬਣਾਇਆ ਔਰ ਨਾ ਹੀ ਕੋਈ ਆਪਣੀ ਮੂਰਤੀ ਬਣਾਉਣ ਦੀ ਉਹਨੇ ਗੱਲ ਕੀਤੀ ਹੈ, ਬਲਕਿ ਕੱਟਿਆ ਹੈ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਮੜੀਆਂ ਜਿਹੜੀਆਂ ਹਿੰਦੂ ਮਤ ਵਿੱਚ ਬਣਾਈਆਂ ਜਾਂਦੀਆਂ ਤੇ ਮਸਾਨ ਸ਼ਮਸ਼ਾਨ ਘਾਟ ਕਬਰਾਂ, ਸਿੱਖਾ ਤੂੰ ਇੱਧਰ ਬਿਲਕੁਲ ਨਹੀਂ ਜਾਣਾਗਾ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ। ਆਪਣੇ ਅੰਦਰੋਂ ਹੀ ਖੋਜ ਕਰ ਉਸ ਦੀ, ਉਹ ਤੈਨੂੰ ਅੰਦਰੋਂ ਹੀ ਗਾਈਡ ਕਰਦਾ, ਮਾਰਗ ਦਰਸ਼ਨ ਕਰਦਾ। ਹੁਕਮ ਹੀ ਹੁਕਮ ਚਲਾਏ ਰਾਹੋ। ਪਰਮੇਸ਼ਰ ਤੁਹਾਨੂੰ ਹੁਕਮ ਕਰਕੇ ਹੀ ਗੁਰਦੁਆਰਾ ਕਿਲ੍ਹਾ ਸਾਹਿਬ ਲਿਆਇਆ। ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਹੋਵੋਗੇ, ਤੁਹਾਡੇ ਦਿਮਾਗ ਵਿੱਚ ਸ਼ਬਦ ਹੀ ਵੱਜਿਆ ਨਾ ਮੈਂ ਕਿਲ੍ਹਾ ਸਾਹਿਬ ਚੱਲੀਏ। ਉਹ ਸ਼ਬਦ ਦੇ ਜ਼ਰੀਏ ਤੁਸੀਂ ਕਿਲ੍ਹਾ ਸਾਹਿਬ ਪਹੁੰਚ ਗਏ। ਇੱਥੋਂ ਬਾਹਰ ਨਿਕਲਦੇ ਹੋਏ ਤੁਹਾਡੇ ਮਨ ਵਿੱਚ ਜਿਹੜਾ ਫੁਰਨਾ ਆਵੇਗਾ, ਉਹ ਫੁਰਨਾ ਤੁਹਾਨੂੰ ਉੱਥੇ ਹੀ ਲੈ ਜਾਊਗਾ ਜਿੱਥੋਂ ਦਾ ਉਹ ਫੁਰਨਾ ਹੋਵੇਗਾ। ਇਸੇ ਤਰ੍ਹਾਂ ਮੌਤ ਵੀ ਜਦ ਮਨੁੱਖ ਦੀ ਹੁੰਦੀ ਹੈ, ਇਹਦੇ ਅੰਦਰ ਕੋਈ ਨਾ ਕੋਈ ਫੁਰਨਾ ਬਣਦਾ ਹੈ ਤੇ ਪਰਮੇਸ਼ਰ ਉਹ ਫੁਰਨੇ ਨੂੰ ਪੂਰਾ ਕਰਨ ਵਾਸਤੇ ਇਸ ਨੂੰ ਉੱਥੇ ਪਹੁੰਚਾ ਦਿੰਦੇ ਆ ਜਿੱਥੋਂ ਦਾ ਇਹ ਫੁਰਨਾ ਬਣਾਉਂਦਾ। ਆਪਾਂ ਨੂੰ ਨਹੀਂ ਪਤਾ ਕਿ ਫੁਰਨਾ ਕਿਹੋ ਜਿਹਾ ਬਣਾਈਏ ਕਿ ਉੱਥੇ ਪਹੁੰਚ ਜਾਈਏ, ਤਾਂ ਪਰ ਸਾਨੀ ਅੰਦਰ ਸਾਡੇ ਫੁਰਨਾ ਜ਼ਰੂਰ ਬਣਦਾ ਕੋਈ ਨਾ ਕੋਈ। ਕਿਲੇ ਦੇ ਗੇਟ ਤੋਂ ਬਾਹਰ ਨਿਕਲਦੇ ਆ ਸਭ ਦੇ ਅਲੱਗ-ਅਲੱਗ ਫੁਰਨੇ ਬਣਨਗੇ। ਕੋਈ ਕੁਛ ਸੋਚੂਗਾ, ਕੋਈ ਬਾਜ਼ਾਰ 'ਚੋਂ ਸੌਦਾ ਲੈਣਾ, ਕਿਸੇ ਨੇ ਇੱਧਰ ਜਾ ਕੇ ਆਉਣਾ, ਕਿਸੇ ਨੇ ਇੱਧਰ ਜਾ ਕੇ ਆਉਣਾ। ਸਾਰੇ ਕਿਸੇ ਦੂਜੇ ਦੀ ਮਰਜ਼ੀ ਨਾਲ ਨਹੀਂ ਚੱਲਦੇ, ਉਸ ਹੁਕਮੀ ਦੀ ਮਰਜ਼ੀ ਨਾਲ ਚੱਲ ਰਹੇ ਹਾਂ ਆਪਾਂ। ਕੋ ਸਤਨਾਮ। ਹੁਕਮ ਹੀ ਹੁਕਮ ਚਲਾਏ ਰਾਹੋ। ਤਾਂ ਭਾਈ ਸਾਹਿਬ ਜੀ ਕਹਿੰਦੇ ਇਹ ਕਲਯੁਗ ਦੇ ਭਿਆਨਕ ਸਮੇਂ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਦਾ ਵਾਹਿਗੁਰੂ ਮੰਤਰ ਜੋ ਸਤਿਗੁਰ ਨੇ ਸਾਨੂੰ ਦਿੱਤਾ, ਇਹ ਸਰਬ ਕਲਾ ਸਮਰੱਥ ਹੈ। ਮੈਂ ਤਾਂ ਇਸੇ ਨੂੰ ਮੰਨਦਾ ਹਾਂ। ਸਕਾ ਲੋਕ ਪਰਲੋਕ ਸਹਾਈ, ਨਾਮ ਲੇਤ ਹੀ ਬਿਗਨ ਪਰਾਈ। ਇਹ ਜੋ ਪਰਮੇਸ਼ਰ ਦਾ ਨਾਮ ਹੈ, ਲੋਕ ਦੇ ਪਰਲੋਕ ਦੋਹਾਂ ਜਹਾਨਾਂ ਵਿੱਚ ਮਦਦ ਕਰਨ ਵਾਲਾ, ਔਰ ਨਾਮ ਜਪਦਿਆਂ ਹੀ ਬਿਘਨਾਂ ਦਾ ਖਾਤਮਾ ਹੁੰਦਾ ਹੈ। ਹਰ ਹੈ ਕਾਲ ਕਲ ਕਲੁਖ ਸਤੂਖਨ, ਨਾਮ ਕਰਿਓ ਜਿਨ ਗਰੀਵਾ ਭੂਖਨ। ਜਿਨ੍ਹਾਂ ਨੇ ਪਰਮੇਸ਼ਰ ਦੇ ਵਾਹਿਗੁਰੂ ਮੰਤਰ ਨਾਮ ਨੂੰ ਆਪਣੇ ਗਲੇ ਦਾ ਗਹਿਣਾ ਬਣਾ ਲਿਆ, ਹਾਰ ਬਣਾ ਲਿਆ। ਹੁਣ ਇਸਤਰੀਆਂ ਹਾਰ ਪਾਉਂਦੀਆਂ ਗਲੇ ਦੇ ਬਾਹਰਲੇ ਪਾਸੇ, ਤੇ ਨਾਮ ਜਪਣ ਵਾਲਾ ਇਸ ਵਾਹਿਗੁਰੂ ਮੰਤਰ ਨੂੰ ਗਲੇ ਦੇ ਅੰਦਰਲੇ ਪਾਸੇ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਇਹ ਗਹਿਣਾ ਬਣ ਗਿਆ। ਜਿਵੇਂ ਗਹਿਣੇ ਨੂੰ ਕੋਈ ਹਰ ਵੇਲੇ ਚੈੱਕ ਕਰ ਦੇਣਾ ਕਿਤੇ ਡਿੱਗ ਤਾਂ ਨਹੀਂ ਪਿਆ। ਨੇੜੇ ਆ ਜਾਓ, ਅੱਜ ਦੇ ਮੌਕੇ 'ਚ ਤੁਹਾਡੀ ਜੇਬ ਦੇ ਵਿੱਚ ਮੋਬਾਈਲ ਹੈ, ਬਾਰ-ਬਾਰ ਤੁਹਾਡਾ ਹੱਥ ਮੋਬਾਈਲ 'ਤੇ ਜਾਂਦਾ ਹੈ। ਮੇਰਾ ਵੀ ਜਾਂਦਾ, ਤੁਹਾਡਾ ਵੀ ਜਾਂਦਾ ਹੋਣਾ, ਕਿਉਂਕਿ ਕੀਮਤੀ ਚੀਜ਼ ਆ, ਅਸੀਂ ਬਾਰ-ਬਾਰ ਉਹਨੂੰ ਸੰਭਾਲਦੇ ਹਾਂ। ਇਸੇ ਤਰ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਨੂੰ ਆਪਣੇ ਗਲੇ ਦਾ ਗਹਿਣਾ ਬਣਾ ਕੇ ਵਾਰ-ਵਾਰ ਉਸ ਨੂੰ ਸੰਭਾਲਣਾ ਕੀਤਾ, ਯਾਦ ਕੀਤਾ, ਤਾਂ ਉਹਨਾਂ ਨਾਲ ਕੀ ਬੀਤੀ? ਕਹਿੰਦੇ ਜਿਨ੍ਹਾਂ ਨੇ ਗਲੇ ਦਾ ਗਹਿਣਾ ਬਣਾ ਲਿਆ ਇਸ ਨਾਮ ਨੂੰ, ਹਰੈ ਕਲੀ ਕਾਲ ਕਲੁਖ ਸੁਦੁਖਨ। ਉਹਦੇ ਪਿਛਲੇ ਕਰਮਾਂ ਦੇ ਪਾਪ ਔਰ ਮਾੜੇ ਕਰਮ, ਮਾੜੀ ਸੋਚ, ਮਾੜੇ ਖਿਆਲ, ਇਹ ਸਾਰੇ ਵਾਹਿਗੁਰੂ ਮੰਤਰ ਦਾ ਸਿਮਰਨ ਜਿਹੜਾ ਹੈ ਉਹ ਕੱਟ ਦਿੰਦਾ ਹੈ, ਸਾਡੀ ਸੋਚ ਬਦਲ ਕੇ ਰੱਖ ਦਿੰਦਾ ਹੈ। ਵਾਹਿਗੁਰੂ ਮੰਤਰ ਵਿੱਚ ਪਾਵਰ ਰੱਖੀ ਹੈ ਦੋਹਰਾ। ਮੰਗਲ ਸੁਖ ਕਲਿਆਣ ਦਾ ਕਰੇ ਅਮੰਗਲ ਹਾਨ। ਇਹ ਜਿਹੜਾ ਵਾਹਿਗੁਰੂ ਮੰਤਰ ਹੈ, ਮੰਗਲ ਸੁਖ, ਇਹ ਸ਼੍ਰੇਸ਼ਟ ਨਾਮ ਪਰਮੇਸ਼ਰ ਦਾ, ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ, ਅਮੰਗਲ ਦੁੱਖਾਂ ਨੂੰ, ਮਾੜੇ ਸਮੇਂ ਨੂੰ ਖਤਮ ਕਰਨ ਵਾਲਾ, ਬੁਰਾਈਆਂ ਨੂੰ ਨਸ਼ਟ ਕਰਨ ਵਾਲਾ, ਔਰ ਮੰਗਲ ਖੁਸ਼ੀਆਂ ਦੇਣ ਵਾਲਾ ਹੈ। ਜਪਤ ਜਪਤ ਸ਼੍ਰੀ ਨਾਮ ਕੋ ਪ੍ਰਗਟੇ ਉਰਮੇ ਗਿਆਨ। ਹੁਣ ਵਾਹਿਗੁਰੂ ਮੰਤਰ ਕੰਮ ਕਿਵੇਂ ਕਰਦਾ? ਕਈ ਕਹਿੰਦੇ ਆ ਜੀ ਆਹ ਕੀ ਫਾਇਦਾ, ਵਾਹਿਗੁਰੂ 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 ਜਪੇ ਚੱਲੋ, ਇਹਦਾ ਕਿਵੇਂ ਫਾਇਦਾ ਹੁੰਦਾ? ਜਿਵੇਂ ਇੱਕ ਚੋਰ ਨੂੰ ਇੱਕ ਸ਼ਬਦ ਜੇਲ੍ਹ ਚੋਂ ਕੱਢ ਲਿਆਇਆ ਸੀ, ਕਹੋ ਸਤਨਾਮ।
ਚੋਰ ਇੱਕ ਜਦੋਂ ਮਰਨ ਲੱਗਿਆ ਆਪਣੇ ਘਰ ਵਾਲੇ ਨੂੰ ਕਹਿੰਦਾ ਵੀ ਲੈ ਵੀ ਭਗਵਾਨ ਨੇ ਆਪਣੇ ਬੱਚੇ ਨੂੰ ਚੋਰ ਹੀ ਬਣਾਉਣਾ, ਆਪਾਂ ਇਹੀ ਲਾਈਨ ਫੜਨੀ ਹੈ। ਪਰ ਇਹਨੂੰ ਕਹਿਦੀ ਵੀ ਜਦੋਂ ਤੂੰ ਚੋਰੀ ਕਰਨ ਜਾਵੇਂ, ਇੱਕ ਤਾਂ ਧਰਮਸ਼ਾਲਾ, ਮੰਦਰ, ਗੁਰਦੁਆਰੇ, ਉਦੋਂ ਗੁਰਦੁਆਰੇ ਨਹੀਂ ਸੀ, ਪੁਰਾਣੀ ਗੱਲ ਹੈ, ਮੰਦਰਾਂ ਦੇ ਕੋਲ ਦੀ ਨਹੀਂ ਟੱਪਣਾ। ਜੇ ਕਿਧਰ ਤੇ ਉੱਥੋਂ ਟੱਪਣਾ ਪੈ ਜੇ, ਉੱਥੇ ਕਥਾ ਕਹਾਣੀ ਕੋਈ ਚੱਲਦੀ ਹੋਵੇ ਤਾਂ ਤੂੰ ਉਹ ਸ਼ਬਦ ਨਹੀਂ ਸੁਣਨਾ, ਕਿਉਂਕਿ ਮੰਦਰ ਨੇ, ਗੁਰਦੁਆਰੇ ਨੇ ਸਾਨੂੰ ਮਾੜੇ ਕੰਮ ਤੋਂ ਰੋਕਣਾ। ਸੁਣੂਗਾ ਤੇ ਰੁਕ ਜੂਗਾ। ਜੇ ਉੱਥੋਂ ਟੱਪਣਾ ਪੈ ਜੇ ਤੇ ਕੰਨ ਵਿੱਚ ਸ਼ਬਦ ਨਹੀਂ ਪੈਣ ਦੇਣਾ, ਕੰਨਾਂ ਵਿੱਚ ਉਂਗਲਾਂ ਦੇ ਲੈਣੀਆਂ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਕਾਫੀ ਸਮਾਂ ਚੋਰੀ ਕਰਦਾ ਰਿਹਾ, ਜਦੋਂ ਕਿਤੇ ਉੱਥੋਂ ਲੰਘਣਾ ਪੈ ਜੇ, ਆਵਾਜ਼ ਆਉਂਦੀ ਹੈ ਸਪੀਕਰ ਦੀ, ਕੰਨ ਵਿੱਚ ਆਵਾਜ਼ ਪੈਂਦੀ ਆ, ਇਹ ਕੰਨ 'ਚ ਉਂਗਲਾਂ ਦੇ ਲੈਂਦਾ। ਇੱਕ ਦਿਨ ਕੁਦਰਤ ਨੇ ਕਿਰਪਾ ਕਰਨੀ ਸੀ ਇਹਦੇ ਉੱਤੇ। ਇਹਨੇ ਚੋਰੀ ਕੀਤੀ ਆ, ਰਾਜੇ ਦੀ ਸਿਰ 'ਤੇ ਪੰਡ ਚੱਕੀ ਆ, ਗੰਢ ਨੂੰ ਹੱਥ ਪਾਇਆ, ਕੁਦਰਤੀ ਮੰਦਰ ਕੋਲੋਂ ਟੱਪਣਾ ਪੈ ਗਿਆ। ਇਹਨੇ ਜਿਵੇਂ ਕਿਵੇਂ ਆਪਣੇ ਕੰਨ ਬੰਦ ਕੀਤੇ, ਪਰ ਕੁਦਰਤ ਨੇ ਕਿਰਪਾ ਕੀਤੀ, ਇਹਦੇ ਪੈਰ 'ਚ ਕੰਡਾ ਵੱਜ ਗਿਆ। ਕੋਈ ਸਤਿਨਾਮ, ਸੂਲ ਵੱਜ ਗਈ, ਔਰ ਇਸ ਨੇ ਕੰਨ 'ਚੋਂ ਉਂਗਲ ਕੱਢੀ ਤੇ ਪੈਰ 'ਚੋਂ ਕੰਡਾ ਕੱਢਿਆ। ਇੰਨੇ ਸਮੇਂ ਵਿੱਚ ਇੱਕ ਸ਼ਬਦ ਇਹਦੇ ਕੰਨ ਵਿੱਚ ਗੂੰਜਿਆ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਤੇ ਉਹਨਾਂ ਦੀਆਂ ਅੱਖਾਂ ਨਹੀਂ ਝਮਕਦੀਆਂ। ਹੁਣ ਇਹ ਚਾਨਚੱਕ ਕੇ ਸ਼ਬਦ ਕੰਨ 'ਚ ਪਿਆ, ਭੁੱਲਦਾ ਹੀ ਨਹੀਂਗਾ। ਜਦੋਂ ਧਿਆਨ ਅੰਦਰ ਜਾਂਦਾ ਇਹੀ ਸ਼ਬਦ ਔੜਦਾ, ਦੇਵੀ ਦੇਵਤਿਆਂ ਦੀਆਂ ਅੱਖਾਂ ਨਹੀਂ ਝਮਕਦੀਆਂ, ਉਹਨਾਂ ਦੇ ਆਪਣਾ ਪਰਛਾਵਾਂ ਨਹੀਂ ਬਣਦਾ। ਸਮਾਂ ਆਇਆ ਤੇ ਗੁਰੂ ਪਿਆਰੋ ਰਾਜੇ ਦੀ ਚੋਰੀ ਜਿਹੜੀ ਸੀ, ਚੋਰ ਫੜਨੇ ਸ਼ੁਰੂ ਕੀਤੇ। ਨਾਮੀ ਚੋਰ ਫੜੇ ਗਏ, ਇਹ ਵੀ ਫੜਿਆ ਗਿਆ, ਸਾਰਿਆਂ ਨੂੰ ਕੁੱਟਿਆ ਜਾ ਰਿਹਾ। ਹੌਲੀ ਹੌਲੀ ਸੱਕ ਦੀ ਸੂਈ ਇਹਦੇ ਉੱਤੇ ਆ ਗਈ ਵੀ ਲੱਗਦਾ ਇਹ ਚੋਰੀ ਕੀਤੀ। ਹੁਣ ਕੁੱਟੀਆਂ ਮੰਨਦਾ ਨਹੀਂ, ਕਿਉਂਕਿ ਉਹਦੇ ਪਿਓ ਨੇ ਕਿਹਾ ਸੀਗਾ ਕਿ ਇਹਨੂੰ ਕਹਿ ਦੀ ਜਿੰਨਾ ਮਰਜ਼ੀ ਕੋਈ ਕੁੱਟੀ ਜਾਵੇ ਤੇ ਚੋਰੀ ਮੰਨਣੀ ਨਹੀਂ, ਕਰਕੇ ਮੰਨਦਾ ਵੀ ਨਹੀਂ। ਤੇ ਰਾਜੇ ਨੇ ਹੋਰ ਵਿਉਂਤ ਰੱਖੀ ਆ, ਇੱਕ ਫੱਫੇ ਕੁੱਟਣੀਆਂ ਇਸਤਰੀਆਂ ਰੱਖੀਆਂ ਚੋਰਾਂ ਨੂੰ, ਡਾਕੂਆਂ ਨੂੰ ਮਨਾਉਣ ਵਾਸਤੇ। ਉਹ ਉਹਨਾਂ ਨੂੰ ਭੁਲੋ ਕੇ ਆਪਣੇ ਪਿਆਰ ਦੇ ਵਿੱਚ ਪਾ ਕੇ ਗੱਲ ਪੁੱਛ ਲੈਂਦੀਆਂ, ਕਢਾਈ ਲੈਂਦੀਆਂ। ਇੱਕ ਫੱਫੇ ਕੁੱਟਣੀ ਸੱਦੀ, ਕਹਿੰਦੇ ਵੀ ਆਹ ਚੋਰ ਹੈਗਾ ਤੇ ਮੰਨਦਾ ਨਹੀਂ, ਲੱਗਦਾ ਇਹੀ ਹੈ। ਕਹਿੰਦੀ ਮੈਂ ਮਨਾ ਲੂੰਗੀ, ਦੱਸੋ। ਇਹ ਚੋਰ ਦੇਵੀ ਦੇਵਤਿਆਂ ਨੂੰ ਮੰਨਦੇ ਹੁੰਦੇ ਹੈ, ਤੁਸੀਂ ਇੱਕ ਲੱਕੜ ਦਾ ਸ਼ੇਰ ਬਣਾਓ, ਪੈਰਾਂ 'ਚ ਪਹੀਏ ਲਾ ਦਿਓ ਤੇ ਮੈਂ ਲਾਲ ਬਾਣਾ ਪਾ ਕੇ ਦੇਵੀਆਂ ਵਾਲਾ ਉੱਤੇ ਬਹਿ ਜਾਊਗੀ, ਤੁਸੀਂ ਧੱਕਾ ਦੇ ਕੇ ਅੰਦਰ ਧੱਕ ਦਿਓ ਤੇ ਇਹ ਮੈਨੂੰ ਸਮਝੂਗਾ ਦੇਵੀ ਪ੍ਰਗਟ ਹੋ ਗਈ ਮੇਰੀ ਰਕਸ਼ਾ ਵਾਸਤੇ ਤੇ ਮੈਨੂੰ ਸੱਚ ਦੱਸੋ, ਕਿਉਂਕਿ ਬੰਦਾ ਆਪਦੇ ਧਰਮ ਦੇ ਸਥਾਨ 'ਤੇ ਜਾ ਕੇ ਝੂਠ ਨਹੀਂ ਬੋਲਦਾ ਕਦੇ ਵੀ। ਕੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਇਹ ਮੈਨੂੰ ਜ਼ਰੂਰ ਦੱਸੂਗਾ, ਪਰ ਯਾਦ ਰੱਖਿਓ ਅੰਦਰ ਬਹੁਤੀ ਵੱਡੀ ਲਾਈਟ ਨਾ ਹੋਵੇ, ਬਸ ਛੋਟੀ ਜਿਹੀ ਮੋਮਬੱਤੀ ਦੀਵਾ ਜਗਾਇਓ। ਕਹਿਣ ਲੱਗੇ ਠੀਕ ਆ। ਸਾਰੀ ਤਿਆਰੀ ਕੀਤੀ ਗਈ, ਬਾਹਰ ਵਜ਼ੀਰ ਖੜ੍ਹ ਕੇ ਕਾਗਜ਼ ਪੈਨ ਲੈ ਕੇ, ਕਾਪੀ ਲੈ ਕੇ, ਵੀ ਜਿਹੜੇ ਇਹਨਾਂ ਦੇ ਵਚਨ ਬਿਆਨ ਹੋਣਗੇ ਉਹ ਲਿਖੇ ਜਾਣਗੇ। ਔਰ ਲੱਕੜ ਦੇ ਸ਼ੇਰ 'ਤੇ ਬੈਠ ਗਈ, ਲਾਲ ਵਸਤਰ ਪਹਿਨ ਕੇ, ਦੇਵੀਆਂ ਵਾਲਾ ਰੂਪ ਧਾਰ ਕੇ, ਇੱਕ ਹੱਥ ਜਾਂ ਤਾਹਾਂ ਨੂੰ ਕਰ ਲਿਆ, ਧੱਕਾ ਲਾਤਾ, ਸ਼ੇਰ ਅੰਦਰ ਗਿਆ। ਇਹ ਕਹਿੰਦੀ ਜੈ ਮਾਤਾ ਦੀ, ਅਗੋਂ ਚੋਰ ਵੀ ਬੋਲਿਆ ਜੈ ਮਾਤਾ ਦੀ, ਇਹ ਤਾਂ ਮਾਤਾ ਆ ਗਈ। ਉਹ ਦੇਵੀ ਕਹਿੰਦੀ ਪੁੱਤ ਮੈਂ ਤੈਨੂੰ ਬਾਹਰ ਕੱਢਣ ਵਾਸਤੇ ਆਈ ਹਾਂ, ਤੂੰ ਦੱਸ ਮੈਨੂੰ ਚੋਰੀ ਕੀਤੀ ਹੈ ਕਿ ਨਹੀਂ ਕੀਤੀ। ਉਹ ਦੱਸਣ ਹੀ ਲੱਗਿਆ ਸੀ, ਸ਼ਬਦ ਫਿਰ ਦਿਮਾਗ 'ਚ ਗੂੰਜਿਆ, ਅਨਭਉ ਪ੍ਰਕਾਸ਼। ਦੇਵੀ ਦੇਵਤਿਆਂ ਦੀਆਂ ਅੱਖਾਂ ਨਹੀਂ ਝਮਕਣੀਆਂ ਤੇ ਪਰਛਾਵਾਂ ਨਹੀਂ ਹੁੰਦਾ। ਕਹਿੰਦਾ ਚੈੱਕ ਤਾਂ ਕਰ ਲਾ ਭਲਾ। ਹਜੇ ਦੱਸਣ ਤੋਂ ਪਹਿਲਾਂ ਦੇਖਣ ਲੱਗਿਆ ਤੇ ਜਿੱਧਰ ਦੀਵਾ ਜਗਦਾ ਸੀ ਦੂਜੇ ਪਾਸੇ ਪਰਛਾਵਾਂ ਬਣੀ ਜਾਂਦਾ। ਅੱਖਾਂ ਵੱਲ ਦੇਖਿਆ ਤੇ ਹੁਣ ਇਹਨੇ ਕਿਹੜਾ ਸੁਣੀ ਸੀ ਕਥਾ ਜਾ ਕੇ, ਉਹਨੇ ਸੁਣ ਕੇ ਆਇਆ ਸੀ, ਉਹ ਕਿਤੇ ਜਾਂਦਾ ਜਾਂਦਾ ਮੰਦਰ 'ਚੋਂ ਅੱਖਾਂ ਵੱਲ ਦੇਖਿਆ, ਅੱਖਾਂ ਵੀ ਝਮਕ ਰਹੀਆਂ। ਇਹ ਸਮਝ ਗਿਆ ਵੀ ਇਹ ਰਾਜੇ ਦਾ ਕੋਈ ਸਟੰਟ ਹੈ ਮੈਨੂੰ ਮਨਾਉਣ ਵਾਸਤੇ। ਕੋਈ ਸਤਿਨਾਮ। ਉਹਨੇ ਵੀ ਉਹੋ ਜਿਹੀ ਖੇਡ ਖੇਡ ਲਈ। ਕਹਿੰਦਾ ਜੈ ਮਾਤਾ ਦੀ। ਮਾਤਾ ਤੁਸੀਂ ਤਾਂ ਅੰਤਰਜਾਮੀ ਹੋ, ਜੇ ਮੈਂ ਚੋਰੀ ਕੀਤੀ ਉਸ ਨੂੰ ਪਤਾ ਨਾ ਹੁੰਦਾ। ਹੁਣ ਨਾ ਉਹ ਕਹਿ ਸਕਦੀ ਹੈ ਕਿ ਮੈਂ ਆਮ ਬੁੜੀ ਹਾਂ, ਨਾ ਉਹ ਕਹਿ ਸਕਦੀ ਹੈ ਮੈਂ ਦੇਵੀ ਹਾਂ। ਬਾਹਰੋਂ ਬਿਆਨ ਲਿਖਿਆ ਗਿਆ ਤੇ ਉਹ ਚੋਰ ਛੱਡ ਦਿੱਤਾ। ਦੱਸੋ ਇੱਕ ਸ਼ਬਦ ਦੇ ਨਾਲ ਉਹ ਚੋਰ ਜੇਲ੍ਹ 'ਚੋਂ ਛੁੱਟ ਗਿਆ। ਵੀ ਸ਼ਬਦ 'ਚ ਕਿੰਨੀ ਪਾਵਰ ਹੈ। ਤਾਈਓ ਗੁਰੂ ਸਾਹਿਬ ਨੇ ਸ਼ਬਦ ਨੂੰ ਗੱਦੀ ਦਿੱਤੀ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ। ਔਰ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਬੇਬੇ ਮੈਂ ਚਾਨ ਚੱਕ ਕੇ ਕੋਈ ਸ਼ਬਦ ਸੁਣਿਆ ਸੀ ਜਾਂਦੇ ਜਾਂਦੇ ਮੰਦਰ ਦੀ ਕਥਾ 'ਚੋਂ, ਉਹ ਮੈਨੂੰ ਜੇਲ੍ਹ ਤੋਂ ਕੱਢ ਲਿਆਇਆ। ਜੇ ਆਪਾਂ ਰੋਜ਼ ਕਥਾ ਕੀਰਤਨ ਗੁਰਬਾਣੀ ਪੜ੍ਹੀਏ ਸੁਣੀਏ ਤੇ ਆਪਣਾ ਭਲਾ ਹੋ ਸਕਦਾ। ਉਹ ਚੋਰੀ ਛੱਡ ਗਿਆ ਮੁੜ ਕੇ। ਕਹੋ ਸਤਿਨਾਮ। ਪ੍ਰੈਕਟੀਕਲ ਜੀਵਨ ਦਾ ਉਸਦਾ ਖੈਰ ਮਨੋਬਿਰਤੀਆਂ ਉੱਥੇ ਰੱਖੀਏ।
ਇਹ ਸੁਖ ਦੇਣ ਵਾਲਾ ਜਪਦਿਆਂ ਨਾਮ ਨੂੰ ਸਾਡੇ ਹਿਰਦੇ ਵਿੱਚ ਗਿਆਨ ਪ੍ਰਗਟ ਹੋ ਜਾਂਦਾ। ਚੌਪਈ ਭਰਤ ਨੇਮ ਜਪ ਤਪ ਜਗ ਕਰਬੂ ਨਾਮ ਬਿਨਾ ਬਿਰਤੀ ਸਭ ਧਰਮੋ। ਔਰ ਗੁਰੂ ਪਿਆਰਿਓ, ਨਾਮ ਨਹੀਂ ਜਪਦਾ ਹੋਰ ਸਾਰੇ ਕਰਮ ਕਾਂਡ ਕਰਦਾ ਹੈ, ਉਹ ਸਭ ਨੇਫਲ ਹਨ। ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੁਟੈ ਨਿਰਵਾਣ ਕੀਰਤਨ ਗਾਵੋ ਹਰ ਕਰਤੇ ਕਾ ਨਿਯਮਕ ਸਿਰਤ ਜਿਮ ਤੇ ਛੁਟੈ। ਇਸੇ ਤਰ੍ਹਾਂ ਹੀ ਹੋਰ ਅਨੇਕਾਂ ਸ਼ਬਦ ਬਾਣੀ ਵਿੱਚ ਹਨ। 68 ਤੀਰਥਾਂ ਦਾ ਇਸ਼ਨਾਨ ਕਰਦਾ ਪਰ ਨਾਮ ਨਹੀਂ ਜਪਦਾ ਤਾਂ ਨਿਫਲ ਹੈ, ਕੰਮ ਦਾ ਨਹੀਂ ਹੈ। ਇਸੇ ਤਰ੍ਹਾਂ ਹੀ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕੇਵਲ ਆਪਣੀ ਬਾਣੀ ਦਾ ਹਵਾਲਾ ਨਹੀਂ ਦਿੰਦੇ, ਉਹ ਦੂਸਰੇ ਅਨੇਕਾਂ ਗ੍ਰੰਥਾਂ ਦਾ ਹਵਾਲਾ ਵੀ ਨਾਲ ਦਿੰਦੇ ਆ। ਸਿਮਰਤੀਆਂ, ਸ਼ਾਸਤਰ, ਪੁਰਾਣ, ਵੇਦ ਆਦਿ, ਉਹਨਾਂ ਵਿੱਚ ਵੀ ਨਾਮ ਦੀ ਮਹਿਮਾ ਹੈ। ਮੈਂ ਵੀ ਇਹੀ ਕਹਿਣਾ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਨਾਮ ਨਿਧਾਨ ਅਪਾਰ, ਇਹ ਖਜ਼ਾਨਿਆਂ ਦਾ ਖਜ਼ਾਨਾ ਹੈ। ਨਾਮ ਜਿਹੜਾ ਹੈ ਭਗਤਾਂ ਮਨ ਵਸੇ, ਇਹ ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ। ਇਸ ਕਰਕੇ ਨਾਮ ਤੋਂ ਬਗੈਰ ਸੰਸਾਰ ਦੇ ਸਭ ਜਪ ਤਪ ਕਰਮ ਕਾਂਡ, ਧੂਣੀਆਂ ਤਾਪਣੀਆਂ, ਜਲ ਧਾਰੇ ਕਰਨੇ, ਵਰਤ ਰੱਖਣੇ, ਇਹ ਸਭ ਨਿਫਲ ਹਨ। ਵਰਤ ਕਰੇ ਚੰਦਰਾਇਨਾ ਸੇ ਕਿਤੇ ਨਾ ਲੇਖਣ। ਚੰਦਰਾਇਨਾ ਚੰਦਰਮਾ ਨੂੰ ਦੇਖ ਕੇ ਵਰਤ ਰੱਖਣ ਵਾਲੇ, ਜਿਵੇਂ ਬੀਬੀਆਂ ਦੇ ਵਰਤ ਹੈ, ਲਗਭਗ ਬੀਬੀਆਂ ਨੂੰ ਇਸ ਪਾਸੇ ਲਾਇਆ ਹੋਇਆ ਉਹਨਾਂ ਨੇ, ਕਿਉਂਕਿ ਇਹ ਬੀਬੀ ਬੜੀ ਕੋਮਲ ਹੁੰਦੀ ਹੈ ਅਤੇ ਬ੍ਰਾਹਮਣਾਂ ਨੇ ਜ਼ਿਆਦਾਤਰ ਇਹ ਕਰਮਕਾਂਡਾਂ 'ਚ ਬੀਬੀਆਂ ਨੂੰ ਹੀ ਲਾਇਆ। ਔਰ ਗੁਰੂ ਪਿਆਰੋ, ਜਿਤਨੇ ਮੇਰਾ ਖਿਆਲ ਹੈ ਰੀਤੀ ਰਿਵਾਜ ਆ ਸਾਰੇ ਇਹਨਾਂ ਤੋਂ ਸ਼ੁਰੂ ਹੁੰਦੇ ਆ। ਕਈ ਵਾਰੀ ਮਨੁੱਖ ਛੇਤੀ ਮੰਨਦਾ ਨਹੀਂ, ਇਹਨਾਂ ਦਾ ਕੋਮਲ ਹਿਰਦਾ ਜਲਦੀ ਮੰਨ ਜਾਂਦੀਆਂ, ਤਾਂ ਇਸ ਪਾਸੇ ਇਹਨਾਂ ਨੂੰ ਜ਼ਿਆਦਾ ਲਾਇਆ। ਤੇ ਇੱਕ ਬੀਬੀ ਹੀ ਘਰ ਦੇ ਸਾਰੇ ਪਰਿਵਾਰ ਨੂੰ ਲਾ ਲੈਂਦੀ ਆ ਆਪੇ, ਕਹੋ ਸਤਿਨਾਮ, ਉਹਦੀ ਮੰਨਣੀ ਪੈਂਦੀ ਆ। ਤੋ ਪਾਤਸ਼ਾਹ ਨੇ ਕਿਹਾ ਚੰਦਰਮਾ ਨੂੰ ਦੇਖ ਕੇ ਵਰਤ ਰੱਖਣੇ, ਆਹੀ ਕਰੂਏ ਆਦੇ ਦੇ। ਤਾਂ ਗੁਰੂ ਪਿਆਰਿਓ ਕਹਿੰਦੇ ਜਿੰਨਾ ਚਿਰ ਚੰਦਰਮਾ ਨਹੀਂ ਚੜ੍ਹਦਾ ਉਹਨਾਂ ਚਿਰ ਮੈਂ ਰੋਟੀ ਨਹੀਂ ਖਾਣੀ, ਚੰਦਰਮਾ ਵੇਖ ਕੇ ਰੋਟੀ ਖਾਣੀ ਆ। ਜੇ ਆਹ ਰੱਖੜੀ ਆ, ਇਹ ਵੀ ਇਸਤਰੀ ਨਾਲ ਜੋੜਤੀ, ਭਾਵ ਇਸਤਰੀ ਨੂੰ ਇੰਨਾ ਦੁਬੇਲ ਵੀ ਕਰਤਾ ਬ੍ਰਾਹਮਣ ਨੇ, ਬਈ ਤੇਰੀ ਰਕਸ਼ਾ ਜਿਹੜਾ ਤੇਰਾ ਭਰਾ ਕਰੂਗਾ, ਤੂੰ ਉਸ ਤੋਂ ਆਸ ਰੱਖ ਰਕਸ਼ਾ ਕਰਨ ਦੀ। ਲੇਕਿਨ ਸਤਿਗੁਰਾਂ ਨੇ ਖੁਦ ਨੂੰ ਇਸ ਨੂੰ ਗੁਰੂ ਪਿਆਰੋ ਤਾਕਤਵਰ ਬਣਾਇਆ। ਭੰਡ ਜੰਮੀਆਂ ਭੰਡ ਨਿਮੀਆਂ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੈ ਰਾਹੋ, ਭੰਡ ਮੁਆ ਭੰਡ ਭਾਲੀਐ, ਭੰਡ ਹੋਵੇ ਬੰਧਾਨ ਸੋਕ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਅੱਜ ਕੱਲ੍ਹ ਤਾਂ ਲੜਕੀ ਬਹੁਤ ਅੱਗੇ ਲੰਘ ਗਈ, ਜਹਾਜ਼ ਵੀ ਚਲਾਉਂਦੀ ਹੈ, ਜਹਾਜ਼ਾਂ 'ਤੇ ਚੜ੍ਹਦੀ ਵੀ ਆ। ਮੈਂ ਪੁਰਾਣੇ ਸਮਿਆਂ ਦੀ ਗੱਲ ਕਰਾਂ ਤੇ ਬਚਪਨ ਦੇ ਵਿੱਚ ਬੱਚੀ ਜਿਹੜੀ ਆ ਉਹ ਆਪਣੇ ਭਰਾ ਤੋਂ ਕਮਜ਼ੋਰ ਸਮਝੀ ਜਾਂਦੀ ਸੀ, ਔਰ ਵੱਡੀ ਹੋ ਕੇ ਵਿਆਹੀ ਜਾਂਦੀ ਹੈ ਤਾਂ ਉਸ 'ਤੇ ਪਤੀ ਦਾ ਹੁਕਮ ਚੱਲਦਾ ਸੀ। ਔਰ ਵੱਡੀ ਹੋ ਜਾਂਦੀ ਹੈ, ਬੁੱਢੀ ਹੋ ਜਾਂਦੀ ਹੈ, ਬੱਚੇ ਵੱਡੇ ਹੋ ਜਾਂਦੇ ਆ, ਫਿਰ ਬੱਚੇ ਮੁੰਡੇ ਲੜਕੇ ਲੜਕੀਆਂ ਇਹ ਹੁਕਮ ਚਲਾਉਂਦੇ ਆ। ਲੜਕੀਆਂ ਨਹੀਂ, ਲੜਕੇ ਜ਼ਿਆਦਾ ਆਪਣੇ ਮਾਂ 'ਤੇ ਹੁਕਮ ਚਲਾਉਂਦੇ ਆ। ਭਾਵ ਉਹ ਦਵੇਲ ਹੀ ਰਹਿੰਦੀ ਸੀ, ਡਰਦੀ ਹੀ ਰਹਿੰਦੀ ਸੀ, ਡਰਾ ਕੇ ਹੀ ਰੱਖੀ ਜਾਂਦੀ ਸੀ। ਇਹ ਸਾਰੇ ਕਰਮਕਾਂਡ ਬ੍ਰਾਹਮਣਾਂ ਨੇ ਚਲਾਏ। ਤੇ ਭਾਈ ਸੰਤੋਖ ਸਿੰਘ ਕਵੀ ਕਹਿੰਦੇ ਇਹ ਜਿਤਨੇ ਵੀ ਤੀਰਥ ਵਰਤ ਨੇਮ ਜਪ ਤਪ ਆਦਿ ਕਰਮ ਹਨ, ਇਹ ਨਾਮ ਤੋਂ ਬਗੈਰ ਨੇਫਲ ਹਨ। ਨਾਮਹੀਨ ਭਵ ਸਾਗਰ ਬੀਚੋ, ਜਨਮ ਤਰੇ ਊਚੋ ਕਬ ਨੀਚੋ। ਔਰ ਨੰਬਰ 1 ਤੇ ਨੰਬਰ 2 ਇੱਕ ਇਹਨਾਂ ਬ੍ਰਾਹਮਣਾਂ ਨੇ ਕਿਹਾ ਦਿੱਤਾ ਕਿ ਜਿਹੜੇ ਨੀਚ ਲੋਕ ਹੈ, ਸ਼ੂਦਰ ਲੋਕ ਹੈ, ਉਹ ਮੁਕਤ ਨਹੀਂ ਹੋ ਸਕਦੇ। ਹਸਤ ਖੇਲ ਤੇਰੇ ਦਿਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਮੰਦਰ ਚੋਂ ਬਾਹਰ ਕੱਢਤਾ। ਕੱਲ ਆਪਾਂ ਗੱਲ ਕੀਤੀ ਸੀ। ਰਵਿਦਾਸ ਢਵੰਤਾ ਢੋਲ ਨੀ ਤਿਨ ਤਿਆਗੀ ਮਾਇਆ। ਰਵਿਦਾਸ ਜਿਹੜਾ ਗੁਰੂ ਪਿਆਰੇ ਚਮਿਆਰਾਂ ਦੇ ਘਰੇ ਪੈਦਾ ਹੋਇਆ, ਆਪਣੇ ਮਾਂ-ਬਾਪ ਵਾਲਾ ਕੰਮ ਵੀ ਕਰਨ ਲੱਗਿਆ। ਮਰੇ ਹੋਏ ਪਸ਼ੂਆਂ ਨੂੰ ਸਿੱਟ ਕੇ ਆਉਣਾ, ਫਿਰ ਉਹਨਾਂ ਦੀ ਖੱਲ ਲਾਉਣੀ, ਉਹਨੂੰ ਸਾਫ਼ ਕਰਨਾ, ਉਹਨਾਂ ਦੇ ਜੋੜੇ ਬਣਾ ਕੇ ਵੇਚਣੇ। ਪਰ ਜਦੋਂ ਉਸ ਨੇ ਵੀ ਉੱਧਰੋਂ ਧਿਆਨ ਖਿੱਚ ਕੇ ਇੱਧਰ ਜੋੜਿਆ ਤੇ ਰਵਿਦਾਸ ਵੀ ਦੁਨੀਆ ਵਿੱਚ ਪ੍ਰਗਟ ਹੋ ਗਿਆ। ਰਵਿਦਾਸ ਢਵੰਤਾ ਢੋਲ ਨੀ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਸੇ ਤਰ੍ਹਾਂ ਅੱਗੇ ਭਗਤ ਜੀ ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਕਹਿੰਦੇ ਹਨ ਕਿ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ, ਤੇ ਨਾ ਡਰੈ ਐਸੀ ਲਾਲ ਤੁਝ ਬਿਨ ਕੌਣ ਕਰੈ। ਪੁਰਾਣਿਆਂ ਸਮਿਆਂ ਦੇ ਵਿੱਚ ਤਾਂ ਜੇ ਕੋਈ ਗੁਰੂ ਨਾਨਕ ਨਹੀਂ ਨੀਵੀਂ ਜਾਤ, ਕਹਿੰਦਾ ਇੱਥੇ ਤਾਂ ਜਾਤ ਪਤਾ ਹੈ ਹੀ ਨਹੀਂ, ਪਰ ਮੈਨੂੰ ਗੱਲ ਸਮਝਾਉਣ ਵਾਸਤੇ ਗੱਲ ਕਰਨੀ ਪੈਂਦੀ ਆ ਕਿ ਜੇ ਕੋਈ ਨੀਵੀਂ ਜਾਤ ਦਾ ਬੰਦਾ ਰਾਮ ਦਾ ਨਾਮ ਵੀ ਲੈ ਲੈਂਦਾ ਸੀ, ਉਹਦੀ ਜੀਭ ਕੱਟ ਦਿੰਦੇ ਸੀ ਇਹ ਬ੍ਰਾਹਮਣ ਲੋਕ, ਕਟਵਾ ਦਿੰਦੇ ਸੀਗੇ ਮੌਕੇ ਦੇ ਰਾਜਿਆਂ ਨੂੰ ਕਹਿ ਕੇ, ਕਹੋ ਸਤਿਨਾਮ।
ਇੱਕ ਸ਼ੰਭੂਕ ਨਾਮ ਦਾ ਜਿਹੜਾ ਗਰੀਬ ਘਰ ਦਾ ਪੁੱਤਰ ਹੈ, ਜੰਗਲਾਂ ਵਿੱਚ ਰਹਿੰਦੇ ਆ ਸ਼ੰਭੂਕ ਰਿਸ਼ੀ, ਉਹਦਾ ਬੱਚਾ ਹੈ, ਲੇਕਿਨ ਉਹ ਨੀਵੀਂ ਜਾਤ ਦਾ। ਉਹਨਾਂ ਦੇ ਮੁਤਾਬਕ ਸਾਡੇ ਵਾਸਤੇ ਤਾਂ ਬਰਾਬਰ ਹੈ, ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ। ਤੇ ਗੁਰੂ ਪਿਆਰੇ ਉਸ ਦਾ ਬੱਚਾ ਰਾਮ ਰਾਮ ਜਪ ਰਿਹਾ ਸੀਗਾ, ਤੇ ਇਹ ਉੱਥੋਂ ਲੰਘ ਰਹੇ ਸੀ, ਉਹਨੂੰ ਰਾਮ ਰਾਮ ਜਪਦਾ ਵੇਖਿਆ, ਤੇ ਉਹਨਾਂ ਨੇ ਗੁਰੂ ਪਿਆਰੇ ਉਸ ਬੱਚੇ ਦੀ ਜੀਭ ਕੱਟ ਦਿੱਤੀ ਧੱਕੇ ਦੇ ਨਾਲ ਫੜ ਕੇ। ਕਹੋ ਸਤਿਨਾਮ। ਕਾਰਨ ਸਵਾਰਥ, ਬਈ ਜੇ ਇਹਨਾਂ ਗਰੀਬ ਲੋਕਾਂ ਨੂੰ ਰੱਬ ਦੇ ਬਾਰੇ ਗਿਆਨ ਹੋ ਗਿਆ ਤੇ ਸਾਨੂੰ ਕਿਹਨੇ ਪੱਤਰੀਆਂ ਘਲਾਉਣੀਆਂ, ਸਾਨੂੰ ਕਿਹਨੇ ਪੁੱਛਣਾ। ਭਾਵ ਉਹ ਇਸ ਗਿਆਨ ਦੇ ਜਿਹੜਾ ਮਾਰਗ ਹੈ ਨਾ, ਇਹਨੂੰ ਆਪਣੇ ਮੁੱਠੀ 'ਚ ਰੱਖਦੇ ਸੀ, ਆਪਣੇ ਹੀ ਬੱਚਿਆਂ ਨੂੰ ਪੜ੍ਹਾਉਂਦੇ ਸੀ, ਦੂਜਿਆਂ ਨੂੰ ਵਿੱਦਿਆ ਪੜ੍ਹਨ ਦਾ ਵੀ ਹੁਕਮ ਨਹੀਂ ਸੀ, ਘੋੜਿਆਂ 'ਤੇ ਚੜ੍ਹਨ ਦਾ ਹੁਕਮ ਨਹੀਂ ਸੀਗਾ। ਇੱਥੋਂ ਤੱਕ ਕਿ ਜਿਹੜੇ ਗਰੀਬ ਲੋਕ ਜਿਹੜੀ ਗਲੀ 'ਚੋਂ ਲੰਘਦੇ ਆ, ਉਹ ਗਲੀ 'ਚੋਂ ਬ੍ਰਾਹਮਣ ਕਹਿੰਦਾ ਮੈਂ ਵੀ ਲੰਘਣਾ, ਤੇ ਆਪਣੇ ਪਿੱਛੇ ਇੱਕ ਝਾੜੂ ਬੰਨ੍ਹ ਕੇ ਰੱਖੋ ਤਾਂ ਕਿ ਤੁਹਾਡੀਆਂ ਪੈੜਾਂ ਢਹਿ ਜਾਣ। ਕਹੋ ਸਤਿਨਾਮ। ਉਹਨਾਂ ਸਮਿਆਂ ਦੀ ਗੱਲ ਕਰਦਾ, ਅੱਜ ਤਾਂ ਬੜੀ ਤਰੱਕੀ ਹੈ, ਮਹਾਰਾਜ ਨੇ ਕਿਰਪਾ ਕੀਤੀ ਹੈ, ਲੋਕਾਂ ਨੂੰ ਗਿਆਨ ਬਖਸ਼ਿਆ। ਔਰ ਗਰੀਬ ਲੋਕ ਜਿਨ੍ਹਾਂ ਨੂੰ ਉਹ ਨੀਚ ਕਹਿੰਦੇ ਸਨ, ਉਹ ਗਲ ਵਿੱਚ ਕੁੱਜਾ ਬੰਨ੍ਹ ਕੇ ਰੱਖਦੇ ਸੀਗੇ, ਜੇ ਥੁੱਕਣਾ ਪੈਂਦਾ ਉਹ 'ਚ ਥੁੱਕਦੇ ਸੀ। ਕਹੋ ਸਤਿਨਾਮ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ ਇਹ ਨਾਮ ਇੱਕ ਐਸਾ ਸੰਸਾਰ ਸਮੁੰਦਰ 'ਚੋਂ ਪਾਰ ਕਰਨ ਵਾਲਾ ਹੈ। ਨਾਮਹੀਨ ਭਵਸਾਗਰ ਵਿੱਚੋਂ, ਨਾਮ ਤੋਂ ਬਗੈਰ ਬੰਦਾ ਭਵਸਾਗਰ ਭਾਵ ਭਰਮਾਂ ਭੁਲੇਖਿਆਂ ਦੇ ਸਾਗਰ ਵਿੱਚ ਭਟਕਦਾ ਰਹਿੰਦਾ ਹੈ। ਜਨਮ ਧਰੇ ਊਚ ਕਬ ਨੀਚੂ, ਚਾਹੇ ਉੱਚੀ ਜਾਤ ਦਾ ਹੋਵੇ ਚਾਹੇ ਨੀਵੀਂ ਜਾਤ ਦਾ ਹੋਵੇ। ਜੇ ਨਾਮ ਨਹੀਂ ਜਪਦਾ ਨਾ, ਉਹਦਾ ਕਦੇ ਵੀ ਉਧਾਰ ਨਹੀਂ ਹੋ ਸਕਦਾ। ਕਬੀਰ ਸਾਹਿਬ ਜੀ ਕਹਿੰਦੇ ਕਹੋਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਪੰਡਤਾ ਤੂੰ ਹੀ ਜਾਤ ਦਾ ਪੰਡਤਾ, ਤੂੰ ਬ੍ਰਾਹਮਣ ਕਦੋਂ ਕਦਾ ਬਣ ਗਿਆ। ਤੁਮ ਕਦ ਬ੍ਰਾਹਮਣ ਹਮ ਕਦ ਸੂਦ, ਮੈਨੂੰ ਇੱਕ ਨਿਰਣਾ ਕਰਕੇ ਦੱਸ। ਗੁਰਬਾਣੀ ਦੇ ਬਚਨ ਹਨ, ਭਗਤ ਜੀ ਨਾਲ ਬਹੁਤ ਉਹਨਾਂ ਦੀ ਜਦੋਜਹਿਦ ਹੁੰਦੀ ਰਹੀ ਆ, ਉਹਨਾਂ ਨੇ ਸ਼ਬਦ ਵੀ ਉਚਾਰੇ ਆ ਤੇ ਸਤਿਗੁਰਾਂ ਨੇ ਬਾਣੀ ਵਿੱਚ ਵੀ ਚੜਾ ਦਿੱਤੇ। ਤੁਮ ਕਤ ਬ੍ਰਾਹਮਣ ਹਮ ਕਾ ਸੂਤ, ਹਮ ਕਤ ਲੋਹੂ ਤੁਮ ਕਾ ਦੂਧ, ਕਹੋਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ। ਬ੍ਰਾਹਮਣ ਕਹਿ ਕੇ ਜਨਮ ਮਤ ਖੋਏ, ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝ ਕੇ ਹੰਕਾਰ ਨਾ ਕਰ, ਤੂੰ ਆਪਣਾ ਜੀਵਨ ਬਰਬਾਦ ਨਾ ਕਰ। ਦੱਸ ਤੂੰ ਕਿਵੇਂ ਬ੍ਰਾਹਮਣ ਹੈ ਤੇ ਅਸੀਂ ਕਿਵੇਂ ਸ਼ੂਦਰ ਹਾਂ। ਕਿ ਸਾਡੀਆਂ ਨਾੜਾਂ ਦੇ ਵਿੱਚ ਖੂਨ ਵਗਦਾ ਤੇ ਤੇਰੀਆਂ ਨਾੜਾਂ 'ਚ ਦੁੱਧ ਵਗਦਾ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਣ ਵਾਟ ਕਾਹੇ ਨਹੀਂ ਆਇਆ। ਬਨਾਰਸ ਦੇ ਵਿੱਚ ਬ੍ਰਾਹਮਣਾਂ ਨੇ ਇੱਕ ਭਰਮ ਪਾਤਾ ਲੋਕਾਂ ਨੂੰ, ਜਿਹੜੇ ਲੋਕ ਕਾਂਸ਼ੀ ਦੇ ਵਿੱਚ ਰਹਿਣਗੇ ਉਹ ਮੁਕਤ ਹੋਣਗੇ, ਜਿਨ੍ਹਾਂ ਦੇ ਗੰਗਾ ਵਿੱਚ ਫੁੱਲ ਪੈ ਜਾਣਗੇ ਉਹ ਮੁਕਤ ਹੋ ਜਾਣਗੇ। ਪਰ ਥੋੜ੍ਹੀ ਦੂਰ ਤੇ ਇੱਕ ਧਰਤੀ ਹੈ ਗੁਰੂ ਪਿਆਰਿਓ, ਮਗਹਰ ਭੂਮੀ ਉਹਨੂੰ ਕਹਿੰਦੇ ਆ। ਕਹਿੰਦੇ ਜੇ ਕੋਈ ਉੱਥੇ ਜਾ ਕੇ ਵਸੂਗਾ, ਜਿਹੜਾ ਉੱਥੇ ਮਰੂਗਾ ਉਹ ਗਧਾ ਬਣੂਗਾ। ਕਹੋ ਸਤਿਨਾਮ। ਮਕਸਦ ਸੀਗਾ ਵੀ ਸਾਡਾ ਬਨਾਰਸ ਪ੍ਰਫੁੱਲਤ ਹੋਵੇ, ਇੱਥੇ ਵੱਧ ਤੋਂ ਵੱਧ ਵਸੋ ਹੋਵੇ, ਉਹ ਮਗਹਰ ਵਿੱਚ ਵਸੋਣਾ ਹੋਵੇ। ਇਹ ਉਹਨਾਂ ਦੇ ਦਿਮਾਗ ਦੀ ਸੋਚ ਸੀ। ਕਬੀਰ ਸਾਹਿਬ ਨੇ ਵੀ ਇਹ ਗੱਲਾਂ ਸੁਣੀਆਂ, ਸਾਰੀ ਉਮਰ ਬਨਾਰਸ ਦੇ ਇਲਾਕੇ ਵਿੱਚ ਬਤੀਤ ਕੀਤੀ ਆ। ਆਖਰੀ ਸਮੇਂ ਵਿੱਚ ਆਪਣੇ ਸੇਵਕਾਂ ਨੂੰ ਪੈਰੋਕਾਰਾਂ ਨੂੰ ਕਹਿੰਦੇ ਵੀ ਆਪਾਂ ਨਾ ਮਗਹਰ 'ਤੇ ਜਾ ਕੇ ਘਰ ਪਾਵਾਂਗੇ, ਹੁਣ ਘਰ ਬਦਲਾਂਗੇ ਇੱਥੋਂ। ਹੁਣ ਸਾਰਿਆਂ ਦਿਮਾਗ 'ਚ ਗੱਲ ਬੈਠੀ ਹੋਈ ਹੈ ਵੀ ਜਿਹੜਾ ਮਗਹਰ ਦੀ ਭੂਮੀ ਵੀ ਜਾ ਕੇ ਮਰੂਗਾ ਗਧਾ ਬਣੂਗਾ। ਉਹ ਵੀ ਸਾਰੇ ਵਿਚਾਰੇ ਕਹਿੰਦੇ ਬਾਬਾ ਜੀ ਆਪਾਂ ਉੱਥੇ ਕਿਉਂ ਜਾਣਾ, ਸਗਲ ਜਨਮ ਸ਼ੇਪੁਰੀ ਗਵਾਇਆ, ਸਾਰੀ ਉਮਰ ਕਾਸ਼ੀ 'ਚ ਕੱਢਤੀ ਆਪਾਂ, ਮਰਤੇ ਵੇਲੇ ਉੱਥੇ ਕੋ ਜਾਈਏ। ਕਹਿੰਦੇ ਇਹ ਵੀ ਇੱਕ ਜ਼ਰੂਰੀ ਆ। ਲੋਕਾਂ ਦੇ ਦਿਮਾਗ 'ਚੋਂ ਇਹ ਭਰਮ ਕੱਢਣਾ ਹੈ ਕਿ ਪਰਮੇਸ਼ਰ ਦੇ ਨਾਮ ਵਿੱਚ ਫਿਰ ਕੀ ਤਾਕਤ ਹੈ ਜੇ ਬੰਦਾ ਮਗਹਰ ਦੀ ਭੂਮੀ ਤੇ ਜਾ ਕੇ ਗਧਾ ਬਣੂਗਾ। ਤਾਂ ਕਹੋ ਸਤਿਨਾਮ। ਮੈਂ ਇਹ ਭਰਮ ਵੀ ਕੱਢਣਾ ਹੈ। ਤੇ ਜਾਣ ਬੁੱਝ ਕੇ ਕਬੀਰ ਸਾਹਿਬ ਨੇ ਕਾਂਸੀ 'ਚੋਂ ਆਪਣਾ ਘਰ ਚੱਕਿਆ ਤੇ ਉਸ ਮਗਹਰ ਦੀ ਭੂਮੀ ਜਾ ਕੇ ਘਰ ਪਾਇਆ। ਹੁਣ ਉੱਥੇ ਸਤਸੰਗ ਹੋਣ ਲੱਗੀ, ਜਿੱਥੇ ਭਗਤ ਜੀ ਬਹਿੰਦੇ ਉੱਥੇ ਦੁਨੀਆ ਪਹੁੰਚ ਜਾਂਦੀ ਹੈ। ਜਿੱਥੇ ਜਾਇਆ ਵਾ ਹੈ ਮੇਰਾ ਸਤਿਗੁਰੂ ਸੁਲਤਾਨ ਸੁਹਾਵਾ ਰਾਮ ਰਾਜੇ, ਉੱਥੇ ਸਤਸੰਗ ਹੋਣ ਲੱਗੀ। ਹੌਲੀ ਹੌਲੀ ਉਹ ਮਗਹਰ ਦੀ ਭੂਮੀ ਵੀ ਗੁਰ ਪਿਆਰੋ ਪ੍ਰਫੁੱਲਤ ਹੋਈ, ਵਸੋਂ ਵੱਧ ਗਈ। ਖੈਰ ਇਹ ਨਾਮ ਜੇ ਕੋਈ ਜਪਦਾ ਚਾਹੇ ਨੀਚ ਹੋਵੇ ਚਾਹੇ ਉੱਚਾ ਹੋਵੇ ਪਾਰ ਹੁੰਦਾ ਹੈ, ਨਹੀਂ ਜਪਦਾ ਤੇ ਕੋਈ ਵੀ ਹੋਵੇ ਉਹਨਾਂ ਦਾ ਭਲਾ ਨਹੀਂ ਹੁੰਦਾ ਜੀ। ਨਾਮ ਬਿਨਾ ਤਿਕ ਰਾਜ ਸਮਾਜੋ, ਨਾਮਹੀਨ ਜਗ ਜੀਵਨ ਲਾਜੋ। ਨਾਮ ਤੋਂ ਬਗੈਰ ਸਾਡੇ ਕੋਲੇ ਕਿੰਨਾ ਵੀ ਸਮਾਨ ਕਿਉਂ ਨਾ ਹੋਵੇ, ਸਾਜੋ ਸਾਜ ਸ਼ਿੰਗਾਰ ਆਦਿ। ਪਾਤਸ਼ਾਹ ਜੀ ਦਾ ਵਚਨ ਹੈ ਨਾ, ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ, ਸਰਬ ਸਿਗਾਰ ਤਮੋਲ ਰਸ ਸਣ ਦੇਹੀ ਸਭ ਖਾਮ। ਇਸਤਰੀ ਦੀ ਗੱਲ ਕਰ ਲਈਏ ਪਹਿਲਾਂ ਆਪਾਂ।
ਅਗਰ ਇਸਤਰੀ ਦੇ ਕੋਲੇ ਸ਼ਿੰਗਾਰ ਦੇ ਸਾਰੇ ਗਹਿਣੇ ਹੋਣ, ਸੁੰਦਰ ਵਸਤਰ ਹੋਣ, ਖਾਣ ਪੀਣ ਦਾ ਘਰੇ 36 ਪ੍ਰਕਾਰ ਦੇ ਸਮਾਨ ਹੋਣ ਸਾਰੇ, ਪਰ ਜੇ ਘਰ ਵਾਲਾ ਘਰ ਨਹੀਂ ਤੇ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਉਸੇ ਤਰ੍ਹਾਂ ਇਹ ਜੀਵ ਆਤਮਾ ਨੂੰ ਜੇ ਇਹਦੇ ਕੋਲੇ ਨਾਮ ਨਹੀਂ ਹੈ, ਭਾਵੇਂ ਕਿ ਬੜੀ ਐਸ਼ੋ ਸਾਰਾ ਸਾਜੋ ਸਮਾਨ ਹੈ, ਤਾਂ ਇਹਦਾ ਜੀਵਨ ਬਰਬਾਦ ਹੈ। ਇਸ ਕਰਕੇ ਨਾਮ ਜਪਣਾ ਕਿੰਨਾ ਜ਼ਰੂਰੀ ਹੈ। ਭਾਈ ਸਾਹਿਬ ਜੀ ਨਾਮ ਦੀ ਸਿਫਤ ਕਰਦੇ ਹਨ। ਨਾਮ ਬਿਨਾ ਧ੍ਰਿਗ ਹੈ ਸਾਡੇ ਜਿਉਣ ਦੇ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧਰੁਗ ਸੋਇਆ, ਧ੍ਰਿਗ ਸਰੀਰ ਕੁਟੰਬ ਸਹਿ ਸਿਉ ਜਿਤ ਹੁਣ ਖਸਮ ਨਾ ਪਾਏ। ਘਰ ਸੋਹਣਾ ਲੱਗਦਾ ਇਸਤਰੀ ਦਾ ਉਹਦੇ ਪਤੀ ਦੇ ਨਾਲ, ਬੱਚਿਆਂ ਦੇ ਨਾਲ। ਇਸੇ ਤਰ੍ਹਾਂ ਸਾਡਾ ਸਰੀਰ ਸੋਹਣਾ ਲੱਗਦਾ ਨਾਮ ਦੇ ਨਾਲ। ਕਾਇਆ ਕਾਮਣ ਸਦਾ ਸੁਹੇਲੀ ਫਿਰ ਵਸੈ ਜਿਸ ਨਾਲੇ। ਉਹਦਾ ਪਤੀ ਮਨੁੱਖ ਹੈ ਤੇ ਇਹਦਾ ਪਤੀ ਸ਼ਬਦ ਹੈ। ਕਹੋ ਸਤਿਨਾਮ। ਜੇ ਇਹਦੇ ਵਿੱਚ ਸ਼ਬਦ ਚੱਲਦਾ, ਗੁਰਮੰਤਰ ਚੱਲਦਾ ਹੈ, ਤਾਂ ਇਹ ਵੀ ਸੌਖੀ ਆ ਤੇ ਉਹ ਵੀ ਸੌਖੀ ਆ। ਜੇ ਦੋਨਾਂ ਕੋਲੇ ਦੋਨਾਂ ਦਾ ਮਾਲਕ ਨਹੀਂ ਤੇ ਦੋਨੇ ਦੁਖੀ ਆ। ਕਾਇਆ ਕਾਮਣ ਸਦਾ ਸੁਹੇਲੀ ਫਿਰ ਵਸੈ ਜਿਸ ਨਾਲੇ। ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਜੋ ਸਾਨੂੰ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਭਾਈ ਸਾਹਿਬ ਜੀ ਕਹਿੰਦੇ, ਨਾਮਹੀਨ ਜਗ ਜੀਵਨ ਲਾਜੂ, ਸ਼ਰਮ ਨਾਲ ਮਰ ਜਾਣ ਉਹ ਜਿਹੜੇ ਨਾਮ ਨਹੀਂ ਜਪਦੇ। ਪਾਤਸ਼ਾਹ ਜੀ ਕਹਿੰਦੇ ਹਨ ਬਾਣੀ ਦੇ ਵਿੱਚ, ਧ੍ਰਿਗ ਸਰੀਰ ਕੁਟੰਬ ਸਹਿਜ ਸਿਉ ਜਿਤ ਹੁਣ ਖਸਮ ਨਾ ਪਾਇਆ। ਜੇ ਹੁਣ ਮਾਲਕ ਨੂੰ ਪ੍ਰਾਪਤ ਨਾ ਕੀਤਾ ਮਨੁੱਖਾ ਜਨਮ ਦੇ ਵਿੱਚ, ਫਿਰ ਤੇਰਾ ਜੰਮਣਾ ਧ੍ਰਿਗ ਹੈ, ਬੇਕਾਰ ਹੈ, ਫਾਇਦਾ ਨਾ ਖੱਟਿਆ। ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸੇ ਤਰ੍ਹਾਂ ਹੋਰ ਬੇਅੰਤ ਬਚਨ ਇਸ ਤਰ੍ਹਾਂ ਦੇ ਹਨ। ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੇ ਹੈ ਨਾਮ ਦੀ ਮਹਿਮਾ ਕਰਦੇ ਹੋਏ, ਭਾਈ ਸੰਤੋਖ ਸਿੰਘ ਜੀ ਕਵੀ ਉਸ ਗੁਰਬਾਣੀ ਦੇ ਅਰਥਾਂ ਨੂੰ ਹੀ ਆਪਣੀ ਛੰਦਾਬੰਦੀ ਵਿੱਚ ਮਾਨੋ, ਜਿਵੇਂ ਆਪਾਂ ਕਥਾ ਵਾਰਤਾ ਵਿੱਚ ਕਰਦੇ ਹਾਂ, ਉਹਨਾਂ ਨੇ ਛੰਦਾਬੰਦੀ ਵਿੱਚ ਕੀਤੀ ਹੈ। ਨਾਮ ਦੇ ਸ਼ਬਦਾਂ ਦੀ ਕਥਾ, ਗੁਰਬਾਣੀ ਦੇ ਸ਼ਬਦਾਂ ਦੀ ਕਥਾ। ਕਹਿੰਦੇ ਨਾਮ ਤੋਂ ਬਗੈਰ ਇਹ ਜੀਵਨ ਬੇਕਾਰ ਹੈ। ਭਾਈ ਸਾਹਿਬ ਜੀ ਅੱਗੇ ਕਹਿੰਦੇ, ਆਪੇ ਪਵਿੱਤ ਭੋਗੇ ਪਵ ਭੋਗੋ, ਨਾਮ ਬਿਨਾ ਜਾਵੇ ਜਮ ਲੋਗੋ। ਔਰ ਜਿਹੜਾ ਨਾਮ ਜਪਦਾ ਹੈ ਉਹ ਡਰਾਂ ਤੋਂ ਰਹਿਤ ਹੋ ਕੇ ਲੋਕ ਤੇ ਪਰਲੋਕ ਦੇ ਸੁੱਖਾਂ ਨੂੰ ਭੋਗਦਾ ਹੈ। ਜਿਹੜਾ ਨਾਮ ਨਹੀਂ ਜਪਦਾ ਉਹ ਜਮਾਂ ਦੇ ਲੋਕ ਜਮ ਲੋਕ ਨੂੰ ਚਲਿਆ ਜਾਂਦਾ ਜੀ। ਚੌਪਈ ਸੁੰਦਰ ਮੰਦਨ ਅਗਨਾਸੀ ਜਾ, ਅੰਤ ਸਮੇ ਜਮ ਕਹਿ ਕਰ ਲੀ ਜਾ। ਨੰਬਰ 1 ਤੇ ਨੰਬਰ 2 ਗੁਰੂ ਪਿਆਰਿਓ ਸਭ ਦੀ ਆਪੋ ਆਪਣੀ ਕਿਰਤ ਕਮਾਈ ਹੈ। ਠੀਕ ਹੈ, ਸੰਸਾਰੀ ਤੌਰ ਤੇ ਆਪਾਂ ਪਰਿਵਾਰ ਵਿੱਚ ਰਹਿੰਦੇ ਹਾਂ, ਦੁੱਖ ਸੁੱਖ ਵੇਲੇ ਇੱਕ ਦੂਜੇ ਦੀ ਮਦਦ ਕਰਦੇ ਹਾਂ, ਪਰ ਦਰਗਾਹ ਦੇ ਵਿੱਚ ਅਸੀਂ ਕਿਸੇ ਦੇ ਨਾਲ ਨਹੀਂ ਜਾ ਸਕਦੇ। ਕਹੋ ਸਤਿਨਾਮ। ਧਨ ਕਹੇ ਤੂੰ ਵਸ ਮੈਂ ਨਾਲੇ, ਗੁਰਬਾਣੀ ਦਾ ਬਚਨ ਹੈ। ਜੀਵ ਇਸਤਰੀ ਕਹਿੰਦੀ ਆ, ਇਹ ਦੇਹੀ ਕਹਿੰਦੀ ਆ ਜੀਵ ਨੂੰ, ਦੇਹੀ ਕਹਿੰਦੀ ਹੈ ਜੀਵ ਤੂੰ ਪਰਮਾਤਮਾ ਦੀ ਅੰਸ਼ ਹੈ, ਤੂੰ ਮੈਨੂੰ ਛੱਡ ਕੇ ਨਾ ਜਾਈਂ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖਵਾਸੀ ਮੇਰੇ ਪਿਆਰੇ। ਬਾਲ ਗੋਪਾਲੇ ਮੇਰਾ ਬਚਪਨ ਤੋਂ ਹੀ ਮੇਰਾ ਤੂੰ ਮਿੱਤਰ ਹੈ, ਮੈਨੂੰ ਪਾਲਦਾ ਆ ਰਹੀ ਆ। ਬਚਪਨ ਤੋਂ ਹੀ ਆਪਾਂ ਦੇਹੀ ਨੂੰ ਖਵਾਉਂਦੇ ਆ ਰਹੇ ਹਾਂ ਨਾ, ਬੁਢਾਪੇ ਤੱਕ ਦੇਹੀ ਨੂੰ ਪਾਲਣ ਵਾਸਤੇ ਖਵਾਉਣੇ ਆ, ਸਾਰਾ ਕੁਝ ਕਰਦੇ ਆ। ਧਨ ਕਹੈ ਤੂੰ ਬਸ ਮੈਂ ਨਾਲੇ, ਪ੍ਰਿਆ ਸੁਖਵਾਸੀ ਬਾਲ ਗੋਪਾਲੇ। ਬਚਨ ਦੇ ਛੋੜਨਾ ਜਾਸਾ ਹੈ, ਤੂੰ ਮੈਨੂੰ ਬਚਨ ਦੇ ਕਿ ਤੂੰ ਮੈਨੂੰ ਛੱਡ ਕੇ ਨਹੀਂ ਜਾਏਗਾ। ਉਹ ਜੀਵ ਨੂੰ ਪਤਾ ਹੁਣ ਗਿਆਨ, ਉਹ ਕਹਿੰਦਾ ਗੱਲ ਸੁਣ ਲਾ। ਫਿਰ ਕਹਿਆ ਹਾਂ ਹੁਕਮੀ ਬੰਦਾ, ਮੈਂ ਉਸ ਪਰਮੇਸ਼ਰ ਦੇ ਹੁਕਮ ਵਿੱਚ ਇਸ ਸਰੀਰ ਵਿੱਚ ਆਇਆ ਹਾਂ। ਨਾ ਜਮਕਾਨ ਨਾ ਛੰਦਾ ਬੰਦਾ, ਜਿਹੜਾ ਜਮਾਂ ਦੀ ਪਹੁੰਚ ਤੋਂ ਪਰੇ ਹੈ, ਜਿਸ ਦਾ ਕੋਈ ਵੀ ਉਸ ਦੇ ਨਾਲ ਲੇਖਾ ਜੋਖਾ ਨਹੀਂ ਹੈ, ਤੇ ਮੈਂ ਵੀ ਉਹਦੇ ਹੁਕਮ ਵਿੱਚ ਚੱਲਣ ਵਾਲਾ ਹਾਂ। ਜਿੱਚਰ ਰਾਖੈ ਤਿੱਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ, ਜਿੱਦੇ ਸੱਦਾ ਆ ਗਿਆ ਉਹਦੇ ਮੈਨੂੰ ਜਾਣਾ ਪਊ। ਮੈਂ ਪੱਕੇ ਬਚਨ ਨਹੀਂ ਕਰਦਾ ਕਿ ਮੈਂ ਤੇਰੇ ਕੋਲੇ ਹਮੇਸ਼ਾ ਰਹੂੰਗਾ। ਕੋ ਸਤਨਾਮ। ਜਾਣਾ ਪੈਣਾ। ਪਾਤਸ਼ਾਹ ਜੀ ਕਹਿੰਦੇ, ਪਰ ਜਦੋਂ ਮਨੁੱਖ ਸੰਸਾਰ ਨੂੰ ਛੱਡ ਕੇ ਜਾਂਦਾ ਹੈ, ਸੁੰਦਰ ਮੰਦਰ, ਸੋਹਣੇ ਘਰ, ਅੰਗਣਾ, ਸੋਹਣੀਆਂ ਸੇਜਾਂ, ਔਰ ਇੰਗਣਾ ਕਹਿੰਦੇ ਆ ਇਸਤਰੀਆਂ ਨੂੰ, ਅੰਗਣਾ ਇਸਤਰੀਆਂ ਸੇਜਾਵਾਂ, ਅੰਤ ਸਮੇਂ ਜਬ ਕਰ ਲੈ ਜਾ, ਇਹ ਸਾਰਾ ਕੁਝ ਇੱਥੇ ਰਹਿ ਜੂਗਾ ਤੇ ਅੰਤ ਸਮੇਂ ਕਿਸੇ ਨੇ ਤੇਰੀ ਸਾਰ ਨਹੀਂ ਲੈਣੀਗੀ। ਇਹ ਸਭ ਇੱਥੇ ਰਹਿ ਜਾਣਗੇ। ਭਾਵ ਇਸ ਵਿਸ਼ੇ ਤੇ ਜਿਹੜਾ ਹੈ ਨਾ ਨਾਮ ਜਪਣਾ, ਇਹ ਸਭ ਦਾ ਆਪੋ ਆਪਣਾ ਹੈ, ਕਿਸੇ ਨੇ ਕਿਸੇ ਨੂੰ ਕੁਝ ਨਹੀਂ ਦੇਣਾਗਾ। ਸੰਸਾਰੀ ਤੌਰ ਤੇ ਆਪਾਂ ਇਕੱਤਰ ਰਹਿਣਾ, ਘਰ ਛੱਡ ਕੇ ਜੰਗਲਾਂ ਵਿੱਚ ਨਹੀਂ ਜਾ ਕੇ ਬਹਿਣਾ ਨਾਮ ਜਪਣ ਵਾਸਤੇ, ਜਿਵੇਂ ਜੋਗੀਆਂ ਨੇ ਕੀਤਾ ਸੀ। ਕਿਰਤ ਕਰੋ ਨਾਮ ਜਪੋ ਵੰਡ ਛਕੋ ਘਰ ਵਿੱਚ ਰਹੋ,
पर तुहाडा जपिया नाम तुहाडे कम आवेगा। भगतां का बीजिया सब खाए खर्च रहे, नाम जपण वालियां दा भी कभी असी प्रताप जिहड़ा है भोगदे हाँ, खांदे पींदे हाँ। घर का एक मैंबर नाम जपदा है ते उहदे प्रताप सदका परमेश्वर उस नूं दिंदा है ते सारा परिवार खांदा है। इस करके पर उत्थे कल्ले ने जाना है, ना तो घर नाल जाना है, ना इस्त्री, ना सेजा, ना साजो समान, कल्ले नूं जम खह के लै जाणगे। चतुरंगन तुझनी बल धरनी, तै चिन काहू ना ते होए करनी। चतुरंगन फौजां, चार तरह की फौज, चतुरंगन तुझनी, हाथी सवार, घोड़ सवार, पैदल सवार, चार तरह की फौज राजे नाल हुंदी आ। कहते चतरंगनी फौज भी फिर बंदे नूं बचा नहीं सकती जदों मौत का सद्दा आ गया। गुरु प्यारो राजा सिकंदर कहंदा अपने साथियों नूं, वैद नूं, रस्ते विच बीमार हो गया। वैद नूं कहंदा भी मैनूं जल्दी तो जल्दी घरे पहुँचा, मैं शरीर छड्डना चाहुंदा माँ की गोदी विच सिर धर के। वैद कहंदा वेखो जी सवास परमेश्वर ते पता नहीं किन्ने बाकी है किन्ने नहीं, मैं ओढ़ पोड़ कर सकदा, दवाई दे सकदा, पर मैं पक्का वादा नहीं करता कि तुसीं आपदी माँ कोले पहुँच जाओगे। कहो सतनाम। निराश हो गया, रस्ते विच मुहिम ते किते जंग ते गया सी, राह च बीमार पै गया। कहना जे काम ना हो सकिया तो फिर ऐदा करियो, मेरी सारी संपत्ति धरती ते विछा दिओ और मेरे हाथ ते पैर बाहर लमका दिओ सीढ़ी तो, जदों मैनू संस्कार वास्ते लैके जाओ ताकि दुनिया को ज्ञान हो जाए कि नाल कुछ नहीं जाता। को सतनाम। आ करोना वेले भी देखिया इटली के लोगों ने गुरु प्यारिओ जिन्ने डॉलर माया आदि सी उन्होंने परिवारों के मैंबर सारे परिवार भी कईयां दे मर गए। तो गुरु प्यारिओ उन्होंने चक के माया गलियां सड़कों सिड़ती, कहते किसी काम की नहीं है, मौत तो बचा नहीं सकती। इस करके भाई साहब जी कहते चतरंगनी फौज भी बंदे नूं बचा नहीं सकती, टेशन काहू ना ते होए करनी, कोई कुछ नहीं कर सकता। गज बाजी से अंदन बौरंगे, होत कोश गमने पग नंगे। हाथी घोड़े रथ रंग बरंगे बड़े कीमती, वड्डियां वड्डियां गड्डियां खड़ियां रह जांदियां कोठियां दे विच और कल्ला ही तुर जांदा। को सतनाम। जिन्हां दा बड़ा प्यार हुंदा गड्डियां दे नाल, वो सारियां गड्डियां पहलां हाथी घोड़े होंदे सीगे, रथ होंदे सी, और ये सब कुछ होत कोश खजाने, खजाने भी उत्थे धरे रह जाते हैं। गमने पग नंगे। धन गुरु गोबिंद सिंह जी राजियां नूं ज्ञान देंदे हुए बख्शिश करते हैं। पातशाह जी कहते एते भय तो कहाँ पे भूत भूपत अंत को नांगे पाए पधारे। किड्डे किड्डे जिन्हां दे कोल हाथियां घोड़ियां दीयां सवारियां सन, घोड़े भी मिर्गां नूं डाह पाउंदे जान, हवा नूं गंढां दिंदे जान, जिन्हां कोल इह साजो समान सी वो भी दुनिया चों नंगे पैरी जांदे वेखे हन। शिव का डोरे तज करना ना, नाम बिना जमपुरी बयाना। हाँ जे नाम जपोगे तो प्रीतम विच मिल जाओगे, अंत काल ना रहन सिमरे ऐसी चिंता मैं जे मरे। तो जे तुसी नाम नहीं जपोगे तो फिर पातशाह कहने साजो समान ते मदद करनी नहीं, उत्थे पैसा तो चलना नहीं, पर तुसी खाली हथ जमानीपुरी नूं जाओगे। जिवें लंका सोने दी उसका मालक रावण जद मर गया, ਉਹਦੇ ਮੂੰਹ ਵਿੱਚ ਪਾਉਣ ਵਾਸਤੇ ਕਰਤੀ ਸੋਨਾ भी प्राप्त नहीं होया। को सतनाम। क्योंकि उसका जिहड़ा सीगा मालक ਉਹਦਾ भाई बन गया, ते भाई समझो शरीक सीगा, ते कहने लगे हुण शरीका तो मंगण नहीं जाणागा। इस करके उन्होंने एक रत्ती सोना नहीं मिलियागा, लोगों ने ਉਹਦੇ ਮੂੰਹ ਵਿੱਚ पाउण वास्ते खाली हाथ जाता है। नामहीन अस श्वास सहत है, जे विद पसरा फूक बहत है। और नाम तो बगैर ये मनुख जिहड़ा श्वास लैंदा है जिवें फूकनी जो फूक मारीए बस इदां ही चल रहे है, और कीमती श्वास साडे खराब हुंदे जा रहे हन। नाम जपत से बड़े वडेरे, तिन जुम दूत ना आवत नेरे। हाँ, जिन्हां भी साडे वड्डे वडेरियां ने नाम जपिया, उन्होंने अपना जीवन नाम जप के बतीत किया, उन्होंने दे नेड़े जमदूत नहीं आउंदे जी दोहरा। नाम ना जपे अकिरत कन, जो अब मत दातार। तो समा समाप्ति दे जा रहा, जिहड़ा नाम नहीं जपदा ओह हंकारी है, अकिरत कन है,
ਅਤੇ जग बड़ियाई बाद में उरजे मंद गवार। ਇਹ ਸੰਸਾਰ ਜਿਹੜਾ ਹੈ ਨਾਮ ਨੂੰ ਛੱਡ ਕੇ ਸੰਸਾਰ ਦੀਆਂ ਵਡਿਆਈਆਂ ਵਿੱਚ ਉਲਝਿਆ ਹੋਇਆ ਹੈ। ਇੱਕ ਛੋਟੀ ਜੀ ਕਹਾਣੀ ਸੁਣਾ ਕੇ ਆਪਾਂ ਸਮਾਪਤੀ ਕਰੀਏ। ਤੋ ਇੱਕ ਮਨੁੱਖ ਆਇਆ ਭਗਤ ਕਬੀਰ ਸਾਹਿਬ ਜੀ ਕੋਲੇ, ਕਹਿੰਦੇ ਤੁਹਾਡੀ ਬੜੀ ਮਹਿਮਾ ਹੁੰਦੀ ਹੈ, ਤੁਹਾਨੂੰ ਭਗਤ ਜੀ ਕਹਿੰਦੇ ਆ ਮਹਾਰਾਜ ਮੈਂ ਵੀ ਭਗਤ ਬਣਨਾ ਚਾਹਣਾ। ਕਹਿੰਦੇ ਫਿਰ ਬਣ ਜਾ, ਭਗਤੀ ਕਰਿਆ ਕਰ, ਨਾਮ ਜਪਿਆ ਕਰ। ਕੋਈ ਮਹਾਰਾਜ ਸ਼ਾਰਟਕਟ ਰਸਤਾ ਦੱਸੋ। ਅੱਜ ਕੱਲ੍ਹ ਲੋਕ ਸ਼ਾਰਟਕਟ 'ਤੇ ਚੱਲਦੀ ਹੈ, ਜਿੱਧਰ ਦੀ ਛੇਤੀ ਪਹੁੰਚ ਗਏ। ਭਗਤੀ ਵੀ ਛੇਤੀ ਕਰਨੀ ਚਾਹੁੰਦੇ ਆ। ਵੈਸੇ ਭਗਤੀ ਜੇ ਸਹੀ ਹੋ ਜੇ ਤਾਂ ਇੱਕ ਛਿਣ ਦੇ ਵਿੱਚ ਵੀ ਮਨੁੱਖ ਦਾ ਉਧਾਰ ਹੋ ਸਕਦਾ, ਪਰ ਉਹ ਸ਼ਾਰਟਕਟ ਰਸਤਾ ਭਾਲਦਾ ਸੀ। ਕਬੀਰ ਸਾਹਿਬ ਜੀ ਕਹਿੰਦੇ ਵੀ ਕੋਈ ਨਹੀਂ, ਤੂੰ ਭਗਤੀ ਕਰਿਆ ਕਰ, ਨਾਮ ਜਪਿਆ ਕਰ, ਮਾਰੇ ਕਿਰਪਾ ਕਰਨਗੇ। ਕਹਿੰਦੇ ਨਹੀਂ ਜੀ, ਕੋਈ ਜਲਦੀ ਵਾਲਾ ਰਸਤਾ ਦੱਸੋ। ਕਹਿੰਦੇ ਦੱਸ ਦਿੰਦੇ ਆ, ਫਿਰ ਬਹਿ ਜਾ, ਜਿਵੇਂ ਮੈਂ ਕਰਦਾ ਉਵੇਂ ਤੂੰ ਕਰ ਲਾ। ਕਹਿੰਦੇ ਜੀ ਠੀਕ ਆ। ਆਵਾਜ਼ ਮਾਰੀ ਘਰ ਵਾਲੀ ਨੇ, ਲੋਈ ਹਾਂ ਮਹਾਰਾਜ ਆ ਗੱਲ ਸੁਣ। ਹਾਂ ਮਹਾਰਾਜ, ਘਿਓ ਕਿੰਨਾ ਕੁ ਪਿਆ? ਕਹਿੰਦੇ ਜੀ ਪਿਆ 2-3 ਸੇਰ। ਅੱਛਾ ਐਂ ਕਰ, ਆਪਣਾ ਚੁੱਲ੍ਹਾ ਪੱਟ ਕੇ ਲਿਆ। ਹੁਣ ਮਿੱਟੀ ਦੇ ਚੁੱਲ੍ਹੇ ਪਹਿਲਾਂ ਬਣਦੇ ਸੀਗੇ। ਉਹ 7 ਬੱਚਨ ਦੀ ਅਧਿਕਾਰੀ ਸੀ ਬੀਬੀ। ਉਹਨੇ ਚੱਕੀ ਇੱਟ ਪੱਕੀ ਚੁੱਲ੍ਹੇ ਦੇ ਮਾਰੀ ਤੇ 3 ਵੱਟੇ ਤੋੜਤੇ, ਚੱਕ ਕੇ 3 ਵੱਟੇ ਕਬੀਰ ਸਾਹਿਬ ਕੋਲ ਲੈ ਆਈ। ਕਹਿੰਦੇ ਜੀ ਲਓ। ਅੱਛਾ ਇਹਨੂੰ ਕੁੱਟ ਸਮਾਰ ਕੇ ਬਰੀਕ ਕਰ। ਕੋਲੇ ਬੈਠ ਕੇ ਕੁੱਟਣ ਲੱਗੀ, ਉਸ ਨੂੰ ਬਰੀਕ ਕਰ ਲਿਆ। ਕਹਿੰਦੇ ਆਟੇ ਵਾਲੀ ਛਾਣ ਨਹੀਂ ਲਿਆ ਕੇ ਇਹਨੂੰ ਛਾਣ ਇੰਨੀ ਬਰੀਕ ਕਰ ਮਿੱਟੀ ਨੂੰ। ਚਲੋ ਉਸਨੇ 7 ਵਜੇ ਕਿਹਾ ਕਿ ਉਹ ਮਿੱਟੀ ਛਾਣੀ। ਛਾਣਨ ਤੋਂ ਬਾਅਦ ਕਹਿੰਦੇ ਜਾ ਘਿਓ ਲਿਆ ਚੱਕ ਕੇ। ਉਹਨੇ ਘਿਓ ਲਿਆਂਦਾ, ਕਹਿੰਦੇ ਇਹਦੇ ਵਿੱਚ ਪਾ ਕੇ ਮਿੱਟੀ ਦੁਬਾਰੇ ਗੁੰਨ। ਉਹ ਬੀਬੀ ਲੋਈ ਨੇ ਦੁਬਾਰੇ ਮਿੱਟੀ ਗੁੰਨਤੀ। ਗੁੰਨਣ ਤੋਂ ਬਾਅਦ ਕਹਿੰਦੇ ਲਓ ਜੀ ਦੁਬਾਰੇ ਮਿੱਟੀ ਗੁੰਨਤੀ। ਕਹਿੰਦੇ ਇਹਦਾ ਚੁੱਲ੍ਹਾ ਬਣਾ ਦਿਓ ਉੱਥੇ ਹੀ। ਕਹਿੰਦੇ ਜੀ ਲਓ। ਉਹਨੇ ਚੁੱਲ੍ਹਾ ਬਣਾਤਾ। ਹੁਣ ਇਹ ਮਨੁੱਖ ਨੇ ਵੇਖਿਆ ਕੋਲੇ ਬੈਠ ਕੇ ਸਾਰਾ ਕੁਝ। ਭਗਤ ਜੀ ਕਹਿੰਦੇ ਬਸ ਐਦਾਂ ਹੀ ਭਗਤ ਬਣ ਜਾਈਦਾ। ਵਿੱਚੋਂ ਇਸ ਨੇ ਜਿਹੜਾ ਸੂਖਮ ਗੱਲ ਸੀ ਉਹ ਤਾਂ ਸਮਝ ਹੀ ਨਹੀਂ। ਘਰੇ ਗਿਆ, ਘਰ ਵਾਲੇ ਨੂੰ ਕਹਿੰਦਾ ਭਗਵਾਨ ਨੇ ਹਾਂ ਕੀ ਗੱਲ ਆ? ਘਰੇ ਘਿਓ ਕਿੰਨਾ ਕੁ ਪਿਆ? ਕਹਿੰਦੇ ਪਿਆ ਪਸੇਰੀ। ਆ ਲਿਆ 2 ਸੇਰ ਘਿਓ ਵੀ ਚਾਹੀਦਾ, ਨਾਲੇ ਆਪਣਾ ਚੁੱਲ੍ਹਾ ਭੰਨ ਕੇ ਲਿਆ। ਲੈ ਹੱਥ ਰੋਟੀਆਂ ਕਾਹਦੇ ਪਕਾਵਾਂਗੇ? ਪਾਗਲ ਹੋ ਗਿਆ ਲੱਗਦਾ। ਤੈਨੂੰ ਕਹਿਤਾ ਨਾ, ਆਨੇ ਜੇ ਕੱਢੇ ਵਿਚਾਰੀ ਨੇ ਭੰਨ ਲਿਆਂਦਾ। ਕਹਿੰਦਾ ਬਰੀਕ ਕਰਕੇ ਕੁੱਟੇ ਨੂੰ। ਉਹ ਕੁੱਟਣ ਲੱਗੀ, ਡਰਦੀ ਡਰਦੀ ਕੁੱਟੀ ਜਾਂਦੀ ਆ, ਨਾਲੇ ਸੋਚੀ ਜਾਂਦੀ ਵੀ ਅੱਜ ਕੀ ਹੋਇਆ, ਚੁੱਲ੍ਹਾ ਖਰਾਬ ਕਰਾਤਾ। ਕਹਿੰਦਾ ਛਾਣ ਮਿੱਟੀ ਨੂੰ। ਉਹਨੇ ਮਿੱਟੀ ਛਾਣਤੀ। ਜਦੋਂ ਉਹਨੇ ਕਿਹਾ ਵੀ ਘਿਓ ਲਿਆ ਚੱਕ ਕੇ, ਹੁਣ ਕਹਿੰਦੀ ਘਿਓ ਕੀ ਕਰਨਾ? ਤੂੰ ਲਿਆ ਤਾਂ ਸਹੀ, 2 ਸੇਰ ਘਿਓ ਲਿਆਂਦਾ। ਕਹਿੰਦਾ ਮਿੱਟੀ 'ਚ ਪਾ ਕੇ ਮਿੱਟੀ ਗੁੰਨ। ਕਹਿੰਦੀ ਪਾਗਲ ਹੋਇਆ? ਜਦੋਂ ਜਦਾਈ ਹੋ ਗਈ, ਰੌਲਾ ਪਾਤਾ ਮਾਈ ਨੇ, ਮਾਰਤੀ ਵੇ, ਪੱਟੀ ਗਈ ਵੇ, ਮੇਰਾ ਘਰ ਵਾਲਾ ਕਮਲਾ ਹੋ ਗਿਆ, ਆਂਢੀ ਗੁਆਂਢੀ ਭੱਜੇ। ਉਹ ਕੁੱਟਣ ਨੂੰ ਪਵੇ ਤੇ ਉਹ ਬਚੇ ਵਿਚਾਰੀ, ਮਿੱਟੀ 'ਚ ਘਿਓ ਨਾ ਪਾਵੇ, ਕਮਲੀ ਥੋੜ੍ਹਾ ਸੀ ਉਹ। ਫਿਰ ਗਵਾਂਢੀਆਂ ਲਿਆ ਕੇ ਸੰਗਲ ਪਾਰ ਕੇ ਬੰਨਿਆ ਉਸ ਨੂੰ ਵੀ, ਇਹ ਤਾਂ ਬੁੜੀ ਨੂੰ ਮਾਰ ਦੂਗਾ। ਕੋ ਸਤਨਾਮ, ਬੰਨਣਾ ਪਿਆ ਬੰਦਾ। ਜਦੋਂ ਬੰਨ੍ਹਤਾ ਪਿੰਡ ਵਿੱਚ ਰੌਲਾ ਪੈ ਗਿਆ ਕਾਸ਼ੀ 'ਚ। ਕਬੀਰ ਸਾਹਿਬ ਕੋਲੇ ਗੱਲ ਪਹੁੰਚ ਗਈ, ਬਣ ਗਿਆ ਭਗਤ। ਕਬੀਰ ਸਾਹਿਬ ਨੂੰ ਆਉਣਾ ਪਿਆ ਉੱਠ ਕੇ, ਕਿਉਂ ਪਤਾ ਨਹੀਂ ਸੀ ਵੀ ਇਹ ਹੋਈ ਕੀ ਹੈ। ਕਬੀਰ ਨੂੰ ਪਤਾ ਸੀਗਾ। ਕਬੀਰ ਸਾਹਿਬ ਜੀ ਘਰੇ ਆ ਗਏ। ਕੀ ਹੋ ਗਿਆ ਭਾਈ? ਕਹਿੰਦੀ ਜੀ ਮੇਰੇ ਘਰ ਵਾਲਾ ਮੂਰਖ ਹੈ। ਅੱਛਾ ਕੀ ਕਹਿੰਦਾ? ਆ ਪਹਿਲਾਂ ਚੁੱਲ੍ਹਾ ਬਣਾਤਾ, ਹੁਣ ਕਹਿੰਦਾ ਵਿੱਚ ਮਿੱਟੀ ਪਾ। ਮਿੱਟੀ ਦੇ ਵਿੱਚ ਘਿਓ ਪਾ ਕੇ ਗੁੰਨ ਇਸ ਨੂੰ। ਪਾਤਸ਼ਾਹ ਕਹਿੰਦੇ ਭਲਿਆ ਇਹ ਗੱਲ ਤਾਂ ਬਣਦੀ ਹੈ ਜੇ ਦੋਨੇ ਇੱਕ ਦੂਜੇ ਦੀ ਗੱਲ ਮੰਨਦੇ ਹੋਣ। ਇੱਕ ਨੇ ਕਹੀ ਦੂਜੇ ਨੇ ਮੰਨੀ, ਦੋਨੋਂ ਬ੍ਰਹਮ ਗਿਆਨੀ ਹੈ। ਭਗਤੀ ਸੌਖੀ ਨਹੀਂ ਕਰਨੀ। ਤੂੰ ਵਿੱਚੋਂ ਸੂਖਮ ਗੱਲ ਤਾਂ ਸਮਝੀ ਨਹੀਂ ਤੇ ਤੂੰ ਚੱਕ ਕੇ ਮਿੱਟੀ 'ਚ ਘਿਓ ਪਵਾਈ ਜਾਂਦਾ। ਪਾਗਲ ਹੋਇਆ ਤੂੰ? ਭਗਤੀ ਆਈ ਨਹੀਂ ਹੋਇਆ ਕਰਦੀ, ਭਗਤੀ ਨਿਮਰਤਾ ਸਹਿਤ ਹੋਇਆ ਕਰਦੀ ਹੈ। ਫਿਰ ਸਮਝਾਇਆ ਵੀ ਆਹ ਗੱਲ ਹੋਈ ਸੀ, ਇਹ ਭਗਤ ਬਣ ਗਿਆ ਸੀਗਾ ਤੇ ਇਸ ਨੇ ਮੇਰੀ ਗੱਲ ਸਮਝੀ ਨਹੀਂ, ਮੈਂ ਹੁਣ ਕੀ ਕਰਾਂ? ਫਿਰ ਉਹਨੂੰ ਛੁਡਾਇਆ। ਭਾਈ ਤੂੰ ਇਸ ਕਰਕੇ ਗੁਰੂ ਕਿਰਪਾ ਕਰਨ। ਭਗਤੀ ਕਰਨੀ ਜਿਹੜੀ ਉਹ ਗੁਰੂ ਕਿਰਪਾ ਸਦਕਾ ਹੀ ਹੁੰਦੀ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੀਆਂ ਰੀਸਾਂ ਨਹੀਂ ਕਰਨੀਆਂ ਚਾਹੀਦੀਆਂ। ਜੋ ਗੁਰੂ ਨੇ ਕਰਨ ਨੂੰ ਕਿਹਾ ਆਪਾਂ ਉਹ ਕਰੀ ਚੱਲੋ, ਆਪਾਂ ਸਫਲੇ ਹੋ ਜਾਵਾਂਗੇ। ਅਗਲੇ ਸ਼ਬਦਾਂ ਦੇ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व मैं दुख भंजन गुणतास, हे संगी हे निरंकार हे
निर्गुण सब टेक हे गोबिंद हे गुण निधान जाके सदा विवेक हे अपरंपर हर हरे ऐपी हो बनहार हे संत कै सदा संग दारा आधार हे ठाकुर हों दास रो मैं निर्गुण गुण नहीं कोई नानक दीजै नाम दान राखो ये परोए आए प्रभ शरणागति कृपा नित दयाल एक अखर हर मन बसत नानक होत निहाल एक ओंकार सतगुरु ते प्रसाद सच हुए वाहिगुरु जी की फतेह विघ्न है विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह।